ਵਾਹਿਗੁਰੂ ਸਾਹਿਬ ਜੀਓ। ਬਿਲਾਵਲ ਮਹਲਾ ਤੀਜਾ। ਘਰ ਪਹਿਲਾ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਤ੍ਰਿਗ ਤ੍ਰਿਗ ਖਾਇਆ ਤ੍ਰਿਗ ਤ੍ਰਿਗ ਸੋਇਆ, ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ। ਤ੍ਰਿਗ ਤ੍ਰਿਗ ਖਾਇਆ ਤ੍ਰਿਗ ਤ੍ਰਿਗ ਸੋਇਆ, ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ। ਤ੍ਰਿਗ ਸ਼ਰੀਰ ਕੁਟੰਬ ਸਹਿਤ ਸਿਉ, ਜਿਤ ਹੁਣ ਖਸਮ ਨਾ ਪਾਇਆ। ਪੌੜੀ ਛੁੜਕੀ ਫਿਰ ਹਾਥ ਨ ਆਵੇ, ਅਹਿਲਾ ਜਨਮ ਗਵਾਇਆ। ਦੂਜਾ ਭਾਉ ਨ ਦੇਈ ਲਿਵ ਲਾਗਣ, ਜਿਨ ਹਰ ਕੇ ਚਰਨ ਵਿਸਾਰੇ। ਜਗ ਜੀਵਨ ਦਾਤਾ ਜਨ ਸੇਵਕ ਤੇਰੇ, ਤਿਨਕੇ ਤੈਂ ਦੁਖ ਨਿਵਾਰੇ। ਰਹਾ ਤੂੰ ਦਇਆਲ ਦਇਆਪਤ ਦਾਤਾ, ਕਿਆ ਇਹ ਜੰਤ ਵਿਚਾਰੇ। ਮੁਕਤ ਬੰਧ ਸਭ ਤੁਝ ਤੇ ਹੋਏ, ਐਸਾ ਆਖ ਵਖਾਣੇ। ਗੁਰਮੁਖ ਹੋਵੈ ਸੋ ਮੁਕਤ ਕਹੀਐ, ਮਨਮੁਖ ਬੰਧ ਵਿਚਾਰੇ। ਸੋ ਜਨ ਮੁਕਤ ਜਿਸ ਏਕ ਲਿਵ ਲਾਗੀ, ਸਦਾ ਰਹੈ ਹਰ ਨਾਲੇ। ਤਿਨ ਕੀ ਗਹਿਣ ਗਤ ਕਹੀ ਨਾ ਜਾਈ, ਸਚੈ ਆਪ ਸਵਾਰੇ। ਭਰਮ ਭੁਲਾਣੇ ਸੇ ਮਨਮੁਖ ਕਹੀਐ, ਨਾ ਉਰਵਾਰ ਨਾ ਪਾਰੇ। ਜਿਸਨੋ ਨਦਰ ਕਰੇ ਸੋਈ ਜਨ ਪਾਏ, ਗੁਰ ਕਾ ਸ਼ਬਦ ਸੰਭਾਲੇ। ਹਰ ਜਨ ਮਾਇਆ ਮਾਹਿ ਨਿਸਤਾਰੇ। ਨਾਨਕ ਭਾਗ ਹੋਵੈ ਜਿਸ ਮਸਤਕ, ਕਾਲਹਿ ਮਾਰ ਬਿਦਾਰੇ। ਜਿਸਨੋ ਨਦਰ ਕਰੇ ਸੋਈ ਜਨ ਪਾਏ, ਗੁਰ ਕਾ ਸ਼ਬਦ ਸੰਭਾਲੇ। ਹਰ ਜਨ ਮਾਇਆ ਮਾਹਿ ਨਿਸਤਾਰੇ। ਨਾਨਕ ਭਾਗ ਹੋਵੈ ਜਿਸ ਮਸਤਕ, ਕਾਲਹਿ ਮਾਰ ਬਿਦਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼, ਸ਼ਾਮਾਂ ਸਮੇਂ ਦੀ ਹਾਜ਼ਰੀ ਅਸੀਂ ਪਰ ਪਾ ਰਹੇ ਹਾਂ। ਗੁਰਬਾਣੀ ਕੀਰਤਨ ਆਪ ਸਰਵਨ ਕਰ ਰਹੇ ਸੀ। ਹੁਣ ਸਮਾਂ ਬਣਿਆ ਗੁਰੂ ਸ਼ਬਦ ਵਿਆਖਿਆ ਦਾ, ਜਿਸ ਵਿੱਚ ਲੜੀਵਾਰ ਸ਼ਬਦ ਵਿਵੇਚਨਾ ਦੇ ਅੰਦਰ ਰਾਗ ਬਿਲਾਵਲ ਚੱਲ ਰਿਹਾ ਹੈ। ਗੁਰੂ ਅਮਰਦਾਸ ਸਾਹਿਬ ਦੁਆਰਾ ਉਚਾਰਨ ਕੀਤਾ ਗਿਆ ਪਾਵਨ ਸ਼ਬਦ ਬੀਤੇ ਕੱਲ੍ਹ ਅਸੀਂ ਦੀ ਤਕਰੀਰ ਪ੍ਰਾਰੰਭ ਕੀਤੀ ਸੀ। ਅੱਜ ਇਸੇ ਬਚਨ ਨੂੰ ਅਸੀਂ ਅੱਗੇ ਹੋਰ ਵਿਚਾਰਾਂਗੇ। ਜੋ ਸੰਦੇਸ਼ ਹੈ ਰਹਾਉ ਦੇ ਬੰਧ ਵਿੱਚ, ਜੋ ਕਿ ਇਸ ਪਾਵਨ ਸ਼ਬਦ ਦਾ ਮੁੱਖ ਸੰਦੇਸ਼, ਜਿਸ ਨੂੰ ਕਹਿ ਲਈਏ ਕਿ ਥੀਸਿਸ ਸਟੇਟਮੈਂਟ ਆਪਣੇ ਵਿੱਚ ਕੈਰੀ ਕਰਦਾ ਆ। ਬਚਨ ਇਹ ਹੈ, ਦੂਜਾ ਭਾਉ ਨਾ ਦੇਈ ਲਿਵ ਲਾਗਣ, ਜਿਨ ਹਰ ਕੇ ਚਰਨ ਵਿਸਾਰੇ। ਦੂਜਾ ਭਾਉ ਨਾ ਦੇਈ ਲਿਵ ਲਾਗਣ। ਬੰਦੇ ਨੇ ਜਿਹੋ ਜਿਹੀ ਉਹਦੇ ਅੰਦਰ ਲਗਨ ਹੈ, ਜਿਹੋ ਜਿਹਾ ਉਹਦੇ ਅੰਦਰ ਸੰਸਾਰ ਦੇ ਵਿੱਚ ਆਪਣੇ ਆਪ ਨੂੰ ਬਣਾਉਣ, ਆਪਣੇ ਆਪ ਨੂੰ ਵੇਖਣ, ਆਪਣੇ ਆਪ ਨੂੰ ਜਿਸ ਤਰੀਕੇ ਦੇ ਨਾਲ
ਉਹ ਆਪਣੀ ਇਮੇਜ ਨੂੰ ਵੇਖਣਾ ਚਾਹੁੰਦਾ ਆ, ਉਸੇ ਤਰੀਕੇ ਦੇ ਖਿਆਲ, ਉਸੇ ਤਰੀਕੇ ਦੀ ਲਿਵ, ਉਸੇ ਤਰੀਕੇ ਦਾ ਵਿਚਾਰ ਰਾਵਾਂ ਉਹ ਆਲੇ ਦੁਆਲੇ ਤੋਂ ਪਰਸੀਵ ਅਤੇ ਪ੍ਰੋਸੈਸ ਕਰਦਾ ਆ। ਹੁਣ ਹੁੰਦਾ ਕੀ ਹੈ ਕਿ ਉਸ ਇਮੇਜ ਨੂੰ ਜਦੋਂ ਸਹੀ ਤਰੀਕੇ ਨਾਲ ਉਹ ਬਾਹਰੋਂ ਪਰਸੀਵ ਨਹੀਂ ਕਰ ਪਾਉਂਦਾ, ਪਹਿਲਾਂ ਸਪੋਜ਼ ਜਿਵੇਂ ਬੱਚੇ ਗੈਂਗਸਟਰਸ ਦੇ ਨਾਲ ਜੁੜ ਜਾਂਦੇ ਨੇ, ਗੈਂਗਸ ਦੇ ਮੈਂਬਰ ਬਣ ਜਾਂਦੇ ਨੇ ਬੜੀ ਯੰਗ ਏਜ ਵਿੱਚ, ਜਸਟ ਐਗਜ਼ਾਮਪਲ ਦੇ ਤੌਰ 'ਤੇ ਲਿਆ ਜਾਏ, ਅਤੇ ਉਹ ਕੀ ਦੇਖਦੇ ਨੇ, ਉਹ ਸਿਰਫ ਇੰਨਾ ਦੇਖਦੇ ਨੇ ਵੀ ਵਟ ਆ ਕੂਲ ਲਾਈਫ ਸਟਾਈਲ ਦੇ ਹੈਵ ਅ ਲੋਟ ਆਫ ਮਨੀ, they are very powerful, always the youngster talk about them, they have cool cars, they just have fun all the time, they just having parties, and just they are looking on this side, the green side of their image. ਉਹਨਾਂ ਨੂੰ ਇਹ ਨਹੀਂ ਪਤਾ ਕਿ ਉਹ ਕਿਵੇਂ ਡਰ ਕੇ ਰਹਿੰਦੇ ਨੇ, ਹਰ ਵਕਤ ਸਿਕਿਉਰਿਟੀਜ਼ ਉਹਨਾਂ ਦੇ ਮਗਰ ਨੇ, ਹਰ ਵਕਤ ਅਥਾਰਟੀਜ਼ ਉਹਨਾਂ ਨੂੰ ਲੱਭ ਰਹੀਆਂ ਨੇ, ਉਹਨਾਂ ਦੇ ਉੱਤੇ ਅੰਡਰ ਕਵਰ ਜਿਹੜਾ ਹੈਗਾ ਉਹ ਵੀ ਉਹਨਾਂ ਦੇ ਪਿੱਛੇ ਹੈ, ਅਤੇ ਅਲਟੀਮੇਟਲੀ ਉਸ ਗੈਂਗ ਵਾਰ ਦੇ ਵਿੱਚੋਂ ਡਰ ਵੀ ਪਿਆ ਵੀ ਪਤਾ ਨਹੀਂ ਕਿਤੇ ਨਾ ਕਿਸੇ ਨੇ ਗੋਲੀ ਮਾਰ ਦੇਣੀ ਹੈ। ਐਂਡ ਟੋਪ ਆਫ ਦੈਟ ਐਂਡ ਕਿੱਥੇ ਹੈ, ਆਈਦਰ ਹੌਸਪਿਟਲਾਈਜੇਸ਼ਨ ਹੋਏਗੀ, ਜੇਲ੍ਹ ਹੋਏਗੀ, ਨਹੀਂ ਤਾਂ ਡੈਥ ਹੋਏਗੀ ਬੜੀ ਯੰਗ ਏਜ 'ਚ। ਸੋ ਇਹ ਸਾਰੀ ਤਸਵੀਰ ਨਾ ਵੇਖ ਕੇ ਜਸਟ ਇੱਕ ਛੋਟਾ ਜਿਹਾ ਪਾਰਟ ਦੇਖਣਾ ਅਤੇ ਉਹਦੇ ਨਾਲ ਉਸ ਚੀਜ਼ ਦੇ ਬਾਬਤ ਉਸ ਇਮੇਜ ਨੂੰ ਅਡੋਪਟ ਕਰਨਾ, ਉਹੋ ਜਿਹੇ ਬਣਨ ਦੀ ਐਫਰਟ ਪਾਉਣੀ ਸ਼ੁਰੂ ਕਰ ਦੇਣੀ। ਐਕਚੁਅਲੀ ਇਹ ਹੈ ਦੂਜਾ ਭਾਵ, ਰਿਐਲਿਟੀ ਤੋਂ ਟੁੱਟ ਕੇ ਕੁਝ ਦੇਖਿਆ ਜਾ ਰਿਹਾ ਹੈਗਾ। ਇਹਦੇ 'ਚ ਜੇ ਸਮੁੱਚੇ ਮਨੁੱਖੀ ਜੀਵਨ ਨੂੰ ਦੇਖਿਆ ਜਾਏ ਤੇ ਪੂਰਾ ਗੁਰੂ ਗ੍ਰੰਥ ਸਾਹਿਬ ਦੋ ਚੀਜ਼ਾਂ 'ਤੇ ਬਹੁਤ ਐਮਫਸਾਈਜ਼ ਕਰਦਾ ਆ। ਨੰਬਰ 1 ਇੰਟੇਗ੍ਰਿਟੀ, which we called ਸੱਚਿਆਰ, because if we are not honest with ourselves, if we are not following the truthfulness in our actions, we're gonna totally we're gonna make mess in our lives. And Baba Ji saying that mess is called guilt, that mess is called regrets, that mess is called saja, punishment. ਆ ਸ਼ਬਦ ਵਿੱਚ ਆਇਆ ਅੱਗੇ ਜਾ ਕੇ। ਸੋ ਦੂਜਾ ਭਾਵ ਜੇ ਪੂਰੀ ਪਿਕਚਰ ਦੇਖਾਂਗੇ ਤੇ ਫਿਰ ਪਤਾ ਲੱਗੇਗਾ ਕਿ if I'm doing anything and by following that path or doing, I'm not paying attention toward the integrity part. That's one thing. And second thing, ਜਿਹਨੂੰ ਅਸੀਂ ਕਮਾਈ ਕਹਿੰਦੇ ਆ, ਕਮਾਉਣਾ, ਅਕਸਰ ਅਸੀਂ ਮੇਰੇ ਖਿਆਲ ਬੀਤੇ ਕੱਲ੍ਹ ਦੇ ਪਿਛਲੇ ਰੋਜ਼ ਹੀ ਆਪਾਂ ਹੁਕਮਨਾਮੇ ਦਾ ਬਚਨ ਵਿਚਾਰ ਰਹੇ ਸੀਗੇ, ਸਾਚਾ ਤਨ ਗੁਰਮਤੀ ਪਾਏ, ਕਾਚਾ ਤਨ ਫੁਨ ਆਵੈ ਜਾਏ। ਮਹਾਰਾਜ ਧਨ ਦੇ ਜ਼ਰੀਏ ਸਾਨੂੰ ਸੰਸਾਰ ਦਾ ਅਸਲ ਵਿਹਾਰ ਸਮਝਾਉਂਦੇ। ਹੁਣ ਧਨ ਸਿਰਫ ਰੋਕੜ ਨਹੀਂ ਹੁੰਦਾ। ਵੀ ਆਰ ਨੋਟ ਜਸਟ ਅਰਨਿੰਗ or trying to produce some sort of assets. ਅਸੀਂ ਸਭ ਤੋਂ ਵੱਡੀ ਗੱਲ ਹੈ ਇਸ ਸਾਰੇ ਦੇ ਵਿੱਚੋਂ ਅਸੀਂ ਇੱਕ ਪਰਸਨੈਲਿਟੀ, ਪਰਸੋਨਾ, ਕਰੈਕਟਰ ਉਹ ਵੀ ਅਰਨ ਕਰਦੇ ਹਾਂ, ਉਹ ਵੀ ਡਿਵੈਲਪ ਕਰਦੇ ਹਾਂ। ਕੋਈ ਕਾਰੋਬਾਰ ਹੈ, ਕੋਈ ਬਿਜ਼ਨਸ ਹੈ, ਉਹਦੇ 'ਚ ਕੋਈ ਬੰਦਾ ਕੋਈ ਸਰਵਿਸ ਲੈਣਾ ਚਾਹੁੰਦਾ ਹੈ ਅਤੇ ਉਹ ਕਹਿੰਦਾ ਮੈਂ ਫਲਾਂਕੁਰ ਜਿਹੜਾ ਹੈਗਾ ਸਰਵਿਸ ਵਾਸਤੇ ਜਾ ਰਿਹਾ ਵਾਂ। ਉਹਦਾ ਇੱਕ ਕਰੈਕਟਰ ਹੈ, ਜਿਹੜੇ ਲੋਕਾਂ ਨੇ ਉਹਦੇ ਨਾਲ ਵਰਤਿਆ ਉਹ ਰਾਈਟ ਵੇ ਕਹਿਣਗੇ ਬੜਾ ਝੂਠਾ ਬੰਦਾ ਹੀ ਉਹ, ਕੰਮ ਤਾਂ ਕਰਦਾ ਬੜਾ ਵਧੀਆ, ਮਕੈਨਿਕ ਹੈ, ਕੋਈ ਪ੍ਰੋਫੈਸ਼ਨਲ ਹੈ, ਕੋਈ ਡਾਕਟਰ ਹੈ, ਕੋਈ ਲਾਇਰ ਆ, ਕੋਈ ਕਹੇਗਾ ਬਹੁਤ ਗਰੀਡੀ ਬੰਦਾ ਹੀ, ਕੋਈ ਕਹੇਗਾ ਉਹ ਬਹੁਤ ਹੀ ਅਨਆਰਗੇਨਾਈਜ਼ਡ ਬੰਦਾ ਹੀ, ਕੰਮ ਕਰਾਉਣਾ ਬਹੁਤ ਹਾਰਡ ਹੈ ਉਹ ਤੋਂ। ਸੋ ਵਟ ਇਜ਼ ਦਿਸ? ਇਹ ਕਮਾਈ ਹੈ। ਇਕੱਲੇ ਐਸਟਸ ਥੋੜ੍ਹਾ ਹੁੰਦੇ ਨੇ ਕਮਾਈ। ਕਮਾਈ ਤਾਂ ਇਹ ਹੈ ਕਿ ਬੰਦੇ ਦਾ ਪਰਸੋਨਾ ਕੀ ਰਿਫਲੈਕਟ ਕਰਦਾ ਆ, ਇਹ ਵੀ ਚੀਜ਼ ਹੈ।
ਸੋ ਸਾਹਿਬ ਬਿਆਨ ਕਰਦੇ ਇਹਨਾਂ ਨੂੰ ਅਸੀਂ ਕਹਿੰਦੇ ਆ ਵਰਚੂਸ, ਕੁਆਲਿਟੀਜ਼, ਗੁਣ। ਬਾਣੀ ਇੱਕ ਤੇ ਇੰਟੈਗ੍ਰਿਟੀ ਤੇ ਬਹੁਤ ਫੋਕਸ ਕਰਦੀ, ਦੂਜਾ ਗੁਣਾਂ ਤੇ ਬੜਾ ਫੋਕਸ ਕਰਦੀ। ਭਗਤੀ ਸਾਕਾਰਥ ਆ, ਭਗਤੀ the devotional act is very important for us in human life. This have higher level of signification. But if we are not generating any sort of civil behavior or civil virtues by doing these devotional activities, Baba ji is saying it's meaningless. ਇਹ ਕੋਈ ਭਗਤੀ ਨਹੀਂ ਹੈ। ਭਗਤੀ ਹੈ ਗੁਣਾਂ ਦਾ ਖਜ਼ਾਨਾ, ਇਹਦੇ 'ਚ ਬੰਦੇ ਨੂੰ ਹੈਲਪ ਮਿਲੇ। ਹੁਣ ਸਭ ਤੋਂ ਪਹਿਲੀ ਜਿਹੜਾ ਹੈਗਾ ਬੰਦੇ ਨੂੰ ਜਿਵੇਂ ਪੇਸ਼ੈਂਸ ਚਾਹੀਦਾ ਆ, ਬਹੁਤ ਜ਼ਿਆਦਾ ਧੀਰਜ, ਸਹਿਜ, ਟਕਾ। ਇਹਦੇ ਸਦਕਾ ਚੀਜ਼ਾਂ ਜਿਹੜੀਆਂ ਨੇ ਉਹ ਸਹੀ ਰੂਪ ਦੇ 'ਚ ਬੰਦਾ ਸਮਝ ਸਕਦਾ ਆ ਉਹਨਾਂ ਨੂੰ। ਨਹੀਂ ਤੇ ਬਿਲਕੁਲ ਜੇ ਅਸੀਂ ਇਹਦੇ ਪੇਸ਼ੈਂਸ ਦੇ ਬਿਲਕੁਲ ਆਪੋਜ਼ਿਟ ਲੈ ਕੇ ਜਾਈਏ, ਇੰਪੇਸ਼ੈਂਟ ਹੋਣਾ, ਇੰਪਲਸਿਵ ਹੋਣਾ, ਹੈਕਟਿਕ ਹੋਣਾ। ਜਿੰਨੇ ਐਕਸੀਡੈਂਟ ਹੁੰਦੇ ਨੇ ਰੋਡ ਦੇ ਉੱਤੇ, ਇਹਨਾਂ ਦੇ 'ਚ ਅਰਾਊਂਡ 99% ਜਿਹੜਾ ਰੀਜ਼ਨ ਬਣਦਾ ਆ ਉਹ ਬਣਦਾ ਹੈ ਬੰਦੇ ਦੀ ਹੈਕਟਿਕਨੈਸ, ਬੰਦੇ ਦੀ ਇੰਪੇਸ਼ੈਂਟ ਹੋ ਜਾਣਾ, ਬੰਦੇ ਦਾ ਕਾਲੇ ਪੈ ਜਾਣਾ। ਇਹ ਇਕੱਲੀ ਚੀਜ਼ ਆ। ਰਿਲੇਸ਼ਨਸ਼ਿਪ 'ਚ ਆ ਜਾਓ, ਰਿਲੇਸ਼ਨਸ਼ਿਪ ਡੀਲਿੰਗ ਬੰਦਾ ਕਰ ਸਕਦਾ, ਕਿਉਂ ਨਹੀਂ ਕਰ ਸਕਦਾ? ਪਰ ਉਸ ਡੀਲਿੰਗ ਕਿਉਂ ਨਹੀਂ ਹੋ ਪਾ ਰਹੀ, ਡੀਲ ਕਿਉਂ ਨਹੀਂ ਕਰ ਪਾ ਰਿਹਾ? ਇੰਪੇਸ਼ੈਂਟ, ਕਾਲਾ ਆ। ਐਕਸਪੈਕਟੇਸ਼ਨਸ ਵਧੀਆਂ ਨੇ ਦੂਜਿਆਂ ਤੋਂ, ਮੀਟ ਹੋ ਨਹੀਂ ਰਹੀਆਂ, ਅੰਦਰ ਦੁਨੀਆ ਲਗਾਤਾਰ ਚੱਲਦੀ ਹੈ। ਤੇ ਬੰਦੇ ਤੋਂ, ਜਿਹਨੂੰ ਸਾਹਿਬ ਕਹਿੰਦੇ ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜੀਹਵਾ ਦਿੱਤੀ ਬੋਲੇ ਤਾਤ। ਇੱਕ ਬਹੁਤ ਤਾਤ ਤੱਤੀ ਚੀਜ਼, ਤੁਰਤ ਫੁਰਤ ਜੀਭ ਕਿੱਥੇ ਕੰਟਰੋਲ ਹੁੰਦੀ ਹੈ? ਬੰਦਾ ਹੋਰ ਕੁਛ ਹੋਏ ਨਾ ਹੋਏ ਬੋਲਣ ਤੋਂ ਥੋੜਾ ਪਰਹੇਜ਼ ਕਰਦਾ, ਬੋਲ ਤੇ ਰਾਈਟ ਵੇ ਦਿੰਦਾ, ਤੂੰ ਠੀਕ ਨਹੀਂ, ਤੂੰ ਗਲਤ ਹੈ। ਤੋ ਇਹ ਸਾਰਾ ਕੁਛ it's why is happening in actually in a way which is creating mess for us due to impatient, due to lack of civic virtues. ਬਾਬਾ ਜੀ ਕਹਿੰਦੇ ਇਹ ਤਾਂ ਹੋ ਪਾ ਰਿਹਾ ਹੈ ਕਿਉਂਕਿ ਤੂੰ ਨਾ ਤਸਵੀਰ ਨੂੰ ਪੂਰੀ ਤਰ੍ਹਾਂ ਨਹੀਂ ਦੇਖਦਾ। ਦੂਜਾ ਭਾਵ ਰਿਐਲਿਟੀ 'ਚ ਸੱਚ ਦੇ ਨੇੜੇ ਨਹੀਂ ਰਹਿੰਦਾ। ਤੂੰ ਸਿਰਫ ਇੱਕ ਕੂਲ ਜਿਹੀ ਚੀਜ਼ ਦੇਖਦਾ ਸਾਹਮਣੇ, ਉਹਦੇ ਪਿੱਛੇ ਚੀਜ਼ ਨਹੀਂ ਦੇਖਦਾ। ਜਿਵੇਂ ਸਪੋਜ਼ ਕਰੋ, ਇਹਨੂੰ ਬਹੁਤ ਸੁੰਦਰ ਦਾਨਿਸ਼ਮੰਦਾਂ ਨੇ ਬਿਆਨ ਕੀਤਾ। ਇਫ ਯੂ ਆਰ ਲੁਕਿੰਗ ਟੂਵਰਡ ਏ ਟਰੀ ਐਂਡ ਟਰੀ ਇਜ਼ ਫੁੱਲ ਵਿਦ ਫਰੂਟਸ, ਡੋਂਟ ਪੇ ਅਟੈਂਸ਼ਨ ਓਨਲੀ ਟੂ ਦ ਫਰੂਟਸ। If you want to know in reality that fruits are coming due to the good roots. And when we are talking about good roots, that means we are talking about manure, topsoil. ਜਿਹੜਾ ਥੱਲੇ ਉਹਦੀ ਰੂੜੀ ਪਈ ਹੈ, ਜਿਹੜੀ ਉਸ ਰੂੜੀ ਉਹ ਸਾਰੇ ਉਹਦੇ ਵਿੱਚੋਂ ਸਾਰੀ ਕੁਝ ਨਿਕਲ ਗਿਆ ਪਿੱਛੇ। ਜੇ ਬੰਦਾ ਕਹੇ ਕਿ ਬਸ ਨਾ ਮੈਨੂੰ ਤੇ ਨਾ ਚੰਗੇ ਚੰਗੇ ਮਿੱਠੇ ਫਰੂਟ ਹੀ ਖਾਣ ਨੂੰ ਮਿਲਣ, ਭਾਈ ਇਹਨਾਂ ਮਿੱਠੇ ਫਰੂਟਸ ਨੂੰ ਖਾਣ ਵਾਸਤੇ ਕਿਸੇ ਨੇ ਆਪਣੇ ਡਰਟ ਦੇ ਨਾਲ ਹੱਥ ਲਵੇੜੇ ਨੇ, ਗੋਡੀ ਕੀਤੀ ਹੈ, ਕਿਸੇ ਨੇ ਮਿਹਨਤਾਂ ਕੀਤੀਆਂ, ਮੁਸ਼ੱਕਤਾਂ ਕੀਤੀਆਂ ਨੇ। ਗੁਰੂ ਮਹਾਰਾਜ ਬਾਣੀ 'ਚ ਬਹੁਤ ਕਮਾਲ ਦੀਆਂ ਐਗਜ਼ਾਮਪਲਸ, ਮੈਟਾਫੋਰਸ ਦਿੰਦੇ। ਐਸੇ ਕਿ ਜਗ੍ਹਾ ਸ਼ਬਦ ਪੜ੍ਹਦੇ ਮਹਾਰਾਜ ਜੀ ਦੀ ਪਾਵਨ ਬਾਣੀ 'ਚ, ਪਾਓ ਤੇਰਾ ਭਾਂਗ ਖਲੜੀ ਮੇਰਾ ਚੀਤ ਮੈਂ ਦੇਵਾਨਾ ਭਇਆ ਅਤੀਤ ਕਰ ਕਾਸਾ ਦਰਸ਼ਨ ਕੀ ਭੂਖ ਮੈਂ ਦਰ ਮੰਗੂ ਨੀਤਾ ਨੀਤ। ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ। ਮਹਾਰਾਜ ਅੱਗੇ ਜਾ ਕੇ ਕਹਿੰਦੇ ਕਿ ਕੁਸਮ ਮ੍ਰਿਗ ਮੈਂ ਹਰਨਾ ਸਰਬ ਸ਼ਰੀਰੀ ਚੜ੍ਹਨਾ। ਕਿਆ ਕੁਝ ਚੀਜ਼ਾਂ ਐਸੀਆਂ ਹੁੰਦੀਆਂ ਨੇ ਜਿਵੇਂ ਫੁੱਲ ਨੇ, ਜਿਵੇਂ ਕੇਸਰ ਆ, ਇਹ ਐਸੀਆਂ ਖੁਸ਼ਬੂਦਾਰ ਚੀਜ਼ਾਂ ਨੇ ਜਿਨ੍ਹਾਂ ਨੂੰ ਲੋਕ ਬੜਾ ਪ੍ਰੇਜ਼ ਕਰਦੇ ਨੇ, ਬੜੀ ਤਾਰੀਫ ਕਰਦੇ ਨੇ। ਪਰ ਆਪ ਦੇਖੋਗੇ ਕਿ ਭਾਰਤੀ ਖਿੱਤੇ ਦੇ ਵਿੱਚ ਕਾਸਟਿਜ਼ਮ ਨੂੰ ਮੰਨਣ ਵਾਲੇ ਲੋਕ, ਸੁੱਚ ਪਿੱਟ ਨੂੰ ਮੰਨਣ ਵਾਲੇ ਲੋਕ, ਇੱਕ ਪੂਰੀ ਸੁਸਾਇਟੀ ਦੇ ਹਿੱਸੇ ਨੂੰ ਅਨਟੱਚੇਬਲ ਮੰਨਿਆ ਜਾਂਦਾ ਸੀ, ਅਛੂਤ। ਉਹਨਾਂ ਦਾ ਪਰਛਾਵਾਂ ਪੈ ਜੇ ਚੀਜ਼ਾਂ ਪਿੱਟ ਜਾਂਦੀਆਂ। ਤੇ ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਕਿ
ਜੇ ਕਸਤੂਰੀ ਨੂੰ ਲਵੋਗੇ ਤਾਂ ਕਸਤੂਰੀ ਤੇ ਬਹੁਤ ਖੁਸ਼ਬੂਦਾਰ ਪਦਾਰਥ ਹੈ, ਉਹਨੂੰ ਤੇ ਪੂਜਾ ਵਾਲੀ ਥਾਲੀ 'ਚ ਰੱਖਿਆ ਜਾਂਦਾ ਹੈ, ਉਸ ਨੂੰ ਤੇ ਬਹੁਤ ਜ਼ਿਆਦਾ ਦੇਵਤੇ ਦੇ ਸਾਹਮਣੇ ਪ੍ਰੈਜ਼ੈਂਟ ਕੀਤਾ ਜਾਂਦਾ ਹੈ। ਪਰ ਉਸ ਕਸਤੂਰੀ ਨੂੰ ਜਿਨ੍ਹਾਂ ਲੋਕਾਂ ਨੇ ਮਿਰਗ ਦੀ ਧੁੰਨੀ ਵਿੱਚੋਂ ਕੱਢਿਆ ਹੈ, ਉਹ ਕੋਈ ਸਵਰਨ ਜਾਤੀ ਥੋੜ੍ਹਾ ਸੀਗੇ ਨਾ, ਉਹ ਤੇ ਅਹੀਰ ਸੀਗੇ, ਨੀਵੀਆਂ ਜਾਤਾਂ ਵਾਲੇ। ਉਹ ਤੇ ਉਹ ਲੋਕ ਸੀਗੇ ਜਿਨ੍ਹਾਂ ਲੋਕਾਂ ਨੂੰ ਅਛੂਤ ਕਹਿੰਦੇ ਆ, ਜਿਨ੍ਹਾਂ ਲੋਕਾਂ ਤੋਂ ਨਫ਼ਰਤ ਕਰਦੇ ਆ, ਉਹਨਾਂ ਲੋਕਾਂ ਨੇ ਉਸ ਨੂੰ ਜਿਹੜਾ ਹੈਗਾ ਹਿਰਨ ਨੂੰ ਮਾਰਿਆ, ਉਹਦੀ ਖੱਲ ਉਤਾਰੀ, ਉਹਦਾ ਪੇਟ ਚਾਕ ਕੀਤਾ, ਉਹਦੀ ਧੁੰਨੀ ਦੇ ਵਿੱਚੋਂ ਉਸ ਪਦਾਰਥ ਨੂੰ ਕੱਢਿਆ। ਸੋ ਬੰਦੇ ਤੂੰ ਧਿਆਨ ਨਾਲ ਦੇਖ, ਕੱਲਾ ਐਂਡ ਗੋਲ ਨਾ ਦੇਖ ਉਹਦਾ, ਦੇਖੋ ਕਿੱਥੋਂ ਆ ਰਿਹਾ ਸਾਰੇ ਪ੍ਰੋਸੈਸ ਦੇ ਵਿੱਚੋਂ। ਈਵਨ ਦੁੱਧ ਵੀ ਹੈ, ਦੁੱਧ ਨੂੰ ਤੁਸੀਂ ਦੇਖੋ, ਦੁੱਧ ਨੂੰ ਕਹਿੰਦੇ ਕਿ ਪਵਿੱਤਰ ਚੀਜ਼ ਆ, ਪਰ ਪਵਿੱਤਰ ਜਿੱਥੋਂ ਤੱਕ ਪਹੁੰਚਦਾ ਕਿਸੇ ਧਰਮ ਮੰਦਰ 'ਚ, ਕਿਸੇ ਜਗ੍ਹਾ ਦੇ ਉੱਤੇ, ਜਿਨ੍ਹਾਂ ਹੱਥਾਂ ਨੇ ਉਸ ਦੁੱਧ ਨੂੰ ਮਤਲਬ ਮਿਲਕਿੰਗ ਕੀਤੀ ਹੈਗੀ ਏ, ਉਹ ਤੇ ਕਿਸੇ ਗਰੀਬ ਦੇ, ਕਿਸੇ ਹੋ ਸਕਦਾ ਸ਼ੂਦਰ ਦੇ ਹੋਣਗੇ ਜਿਹਨੂੰ ਸ਼ੂਦਰ ਮੰਨਦੇ ਨੇ। ਸੋ ਇਹ ਸਮੁੱਚੀ ਚੀਜ਼ ਨੂੰ ਦੇਖੋ। ਜਦੋਂ ਸਮੁੱਚੀ ਨੂੰ ਦੇਖੋਗੇ, ਇੱਕ ਤੇ ਪਹਿਲੀ ਐਕਟੀਵਿਟੀ ਤੋਂ ਨਫ਼ਰਤ ਖਤਮ ਹੋ ਜਾਏਗੀ। ਦੂਸਰੇ ਨੰਬਰ ਤੇ ਜਿਹੜਾ ਐਂਡ ਗੋਲ ਆ, ਕੱਲਾ ਉਹ ਨਹੀਂ ਦਿਸੇਗਾ। ਐਕਚੁਅਲੀ ਉਸ ਰਿਜ਼ਲਟ ਤੱਕ ਪਹੁੰਚਣ ਵਾਸਤੇ ਪਹਿਲੀ ਜਿਹੜੀ ਉਹਦੀ ਐਫਰਟ ਆ, ਯਤਨਸ਼ੀਲਤਾ, ਉਹ ਵੀ ਦਿਖੇਗੀ। ਲਿਵ ਦਾ ਮਾਇਨਾ ਇਹ ਜਾਣੋ ਕਿ ਪੂਰੇ ਰੂਪ ਦੇ ਵਿੱਚ ਚੀਜ਼ ਨੂੰ ਦੇਖਣ ਦਾ ਪਰਸਪੈਕਟਿਵ ਬੰਦੇ 'ਚ ਡਿਵੈਲਪ ਹੋ ਸਕੇ। ਸਿਰਫ ਦੂਜਾ ਭਾਵ, ਕੱਲ ਮੈਂ ਬਾਤ ਕਰ ਰਿਹਾ ਸੀਗਾ, ਲੋਕ ਦੇਖਦੇ ਲੈ ਕੁਝ ਨਹੀਂ ਹੁੰਦਾ, ਬੇਈਮਾਨਾ ਕੌਣ ਵੰਦਾ, ਕਿੱਥੇ ਰੱਬ ਆ, ਫਲਾਣੇ ਬੰਦੇ ਨੂੰ ਦੇਖੋ, ਕਿਸੇ ਪੋਲੀਟੀਕਲ ਫੈਮਿਲੀ ਨੂੰ ਲਿਆ ਜਾਂਦਾ ਹੈ, ਕਿਸੇ ਖਾਸ ਇੱਕ ਬੰਦੇ ਦਾ ਜ਼ਿਕਰ ਕਰਤਾ ਜਾਂਦਾ, ਉਹਨੇ ਇੰਨੇ ਝੂਠ ਬੋਲੇ, ਉਹਨੇ ਬੇਈਮਾਨਾ ਕੀਤਾ, ਅੱਜ ਰਾਜਾ ਬਣ ਕੇ ਬੈਠਾ ਹੈਗਾ। ਭਾਈ ਯੂਨੀਵਰਸਲ ਕ੍ਰਾਈਟੀਰੀਆ ਇਹ ਨਹੀਂ ਹੈਗਾ। ਯੂਨੀਵਰਸਲ ਕ੍ਰਾਈਟੀਰੀਆ ਇਹ ਹੈਗਾ, ਜਿਹਾ ਬੀਜੈ ਸੋ ਲੂਣਾ ਕਰਮਾ ਸੰਧੜਾ ਖੇਤ, ਜੋ ਬੀਜੋਗੇ ਉਹ ਵੱਢੋਗੇ। ਸੋ ਇਸ ਨੂੰ ਗੁਰੂ ਸਾਹਿਬ ਕਹਿੰਦੇ ਫੋਲੋ ਕਰੋ। ਗੁਰੂ ਅਮਰਦਾਸ ਸਾਹਿਬ ਕਹਿੰਦੇ ਦੂਜਾ ਭਾਵ ਨਾ ਦੇ ਵੀ ਲਿਵ ਲਾਗਣ। ਜਦੋਂ ਵਿਜ਼ਨ ਤੁਹਾਡਾ ਸਕਵੀਜ਼ ਹੋ ਜਾਂਦਾ, ਬਲਰੀ ਹੋ ਜਾਂਦਾ, ਤੁਸੀਂ ਡਿਸੀਜ਼ਨ ਇੰਪੇਅਰਡ ਵੇ ਨਾਲ ਬਣਾਉਂਦੇ ਹੋ, ਅੱਧੀ ਦੇਖਦੇ ਹੋ ਚੀਜ਼, ਅੱਧੀ ਦੇਖਦੇ ਨਹੀਂ ਹੈਗੇ, ਤੁਹਾਡੀ ਲਿਵ ਨਹੀਂ ਲੱਗਦੀ, ਤੁਹਾਨੂੰ ਰਿਐਲਿਟੀ ਦੇ ਵਿੱਚ ਜੋ ਕਰਨ ਯੋਗ ਹੈ ਉਹ ਨਹੀਂ ਦਿਸਦਾ। ਤੇ ਫਿਰ ਜਿਨ ਹਰ ਕੇ ਚਰਨ ਵਿਸਾਰੇ, ਤੇ ਫਿਰ ਰੱਬ ਤੇ ਦਿਸੇਗਾ ਹੀ ਕਿੱਥੋਂ, ਰੱਬ ਦਾ ਨਿਆਮ ਹੀ ਕਿੱਥੋਂ ਦਿਸੇਗਾ। ਫਿਰ ਤੇ ਬੰਦੇ ਦੇ ਅੰਦਰ ਸ਼ਿਕਾਇਤਾਂ ਤੇ ਸ਼ਿਕਵੇ ਹੀ ਰਹਿਣਗੇ ਰੱਬ ਦੇ ਬਾਬਤ, ਉਹਦੇ ਚਰਨ ਕਿੱਥੇ ਚੰਗੇ ਲੱਗਣਗੇ। ਅਗਲਾ ਬਚਨ ਸੀਗਾ, ਜਗ ਜੀਵਨ ਦਾਤਾ ਜਨ ਸੇਵਕ ਤੇਰੇ, ਤਿਨ ਕੇ ਤੈਂ ਦੁੱਖ ਨਿਵਾਰੇ। ਹੇ ਜਗਤ ਦੇ ਜੀਵਨ ਦਾਤੇ ਜੋ ਜਨ ਬਣ ਗਏ, ਜੋ ਤੇਰੇ ਨਾਲ ਜੁੜ ਗਏ, ਉਹਨਾਂ ਦੇ ਤੂੰ ਦੁੱਖ ਨਿਰਵਿਰਤ ਕਰ ਲੈ। ਤੇ ਦੁੱਖ ਨਿਰਵਿਰਤ ਕਰਨ ਦਾ ਮਾਇਨਾ ਵੀ ਇਹ ਨਹੀਂ ਕਿ ਕਿਸੇ ਸੋਰਟ ਆਫ ਕੰਫਰਟ ਨੂੰ ਹੀ ਸਿਰਫ ਪ੍ਰੋਵਾਈਡ ਕਰਵਾ ਦਿੱਤਾ ਉਸਨੇ, ਬਲਕਿ ਜੀਵਨ ਦੀ ਪ੍ਰੋਪਰ ਜਿਹੜੀ ਹੈ ਤਾਮੀਰੀਅਤ ਸਿਖਾ ਦਿੱਤੀ, ਉਹਦੀ ਬਾਤ ਹੋ ਰਹੀ ਸੀ। ਆਪਾਂ ਬੀਤੇ ਕੱਲ ਜਿੱਥੇ ਪੌਜ਼ ਕੀਤਾ ਸੀਗਾ, ਉਹ ਸੀਗਾ ਤ੍ਰਿਗ ਤ੍ਰਿਗ ਖਾਇਆ, ਤ੍ਰਿਗ ਤ੍ਰਿਗ ਸੋਇਆ, ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ। ਤ੍ਰਿਕਾਰਯੋਗ ਹੈ ਖਾਣਾ, ਤ੍ਰਿਕਾਰਯੋਗ ਹੈ ਸੌਣਾ, ਤ੍ਰਿਕਾਰਯੋਗ ਹੈ ਕੱਪੜ ਪਾਉਣਾ, ਹੰਡਾਉਣਾ, ਸਭ ਇਹ ਬਾਤ ਹੋ ਰਹੀ ਹੈ। ਮਨੁੱਖਾ ਜ਼ਿੰਦਗੀ ਦੇ ਵਿੱਚ ਖਾਣਾ ਪੀਣਾ, ਰਹਿਣਾ ਸਹਿਣਾ, ਇਹ ਤੇ ਰੋਜ਼ਮर्रा ਦਾ ਸਾਡਾ ਕਿਰਿਆ ਕਲਾਪ ਆ। ਅਸੀਂ ਇਸ ਤੋਂ ਕਿਵੇਂ ਭੱਜ ਸਕਦੇ ਹਾਂ? ਬਲਕਿ ਮੈਂਟਲ ਹੈਲਥ ਦੇ ਵਿੱਚ ਜਦੋਂ ਅਸੀਂ ਕਿਸੇ ਨੂੰ ਅਸੈਸ ਕਰਦੇ ਹਾਂ ਤਾਂ ਬੜੀ ਬੇਸਿਕ ਜਿਹੀ ਗੱਲ ਹੁੰਦੀ ਹੈ। ਲੋਕ ਆਮ ਕਰਕੇ ਕਹਿੰਦੇ ਫਲਾਣਾ ਉਹ, ਉਹਨੂੰ ਡਿਪਰੈਸ਼ਨ ਹੋ ਗਿਆ, ਉਹ ਮੈਂਟਲੀ ਸਿੱਕ ਹੋ ਗਿਆ, ਉਹ ਸਾਈਕੋ ਹੋ ਗਿਆ। ਬਹੁਤਾ ਜ਼ਿਆਦਾ ਐਕਸਪਰਟਸ ਦੀ ਲੋੜ ਨਹੀਂ ਹੈ। ਮੈਂ ਸਿੰਪਲ ਕ੍ਰਾਈਟੀਰੀਆ ਤੁਹਾਨੂੰ ਬਿਆਨ ਕਰਦਾ। ਜੇ ਬੰਦੇ ਨੂੰ ਆਪਣੇ ਹਾਈਜੀਨ ਦੀ ਕੇਅਰ ਹੈਗੀ ਏ, ਬੰਦਾ 90% ਮੈਂਟਲੀ ਜਿਹੜਾ ਹੈਗਾ ਉਹ ਬਿਲਕੁਲ ਠੀਕ ਹੈ। ਉਹਨੂੰ ਪਤਾ ਆ ਮੈਂ ਪ੍ਰੋਪਰ ਆਪਣਾ ਜਿਹੜਾ ਹੈਗਾ ਵਾਸ਼ਰੂਮ ਯੂਜ਼ ਕਰਨਾ ਹੈ, ਕਿਸ ਤਰੀਕੇ ਦੇ ਨਾਲ ਮੈਂ ਨਹਾਣਾ ਧੋਣਾ ਹੈ, ਕੱਪੜੇ ਸਾਫ਼ ਪਾਣੇ ਨੇ। ਇਹ ਪਹਿਲਾ ਕ੍ਰਾਈਟੀਰੀਆ। ਦੂਸਰਾ, ਉਹਨੂੰ ਖਾਣ ਪੀਣ ਦਾ ਪਤਾ ਹੈ ਜੀ। ਇਹ ਵੈਸੇ ਜੀ ਲੜਕਾ ਸਾਡਾ ਜਾਂ ਲੜਕੀ ਸਾਡੀ ਬੜੀ ਡਿਪਰੈਸਿਵ ਹੈ ਜੀ, ਅੱਛਾ ਖਾਣ ਪੀਣ ਕਿਵੇਂ? ਖਾਣ ਪੀਣ ਤੇ ਜੀ ਖਾਣ ਨੂੰ ਤੇ ਸਵੇਰੇ ਨੂੰ ਫਲਾਣੀ ਚੀਜ਼ ਚਾਹੀਦੀ, ਦੁਪਹਿਰ ਨੂੰ ਲੰਚ ਪ੍ਰੋਪਰ ਚਾਹੀਦਾ, ਡਿਨਰ ਇਸ ਤਰੀਕੇ ਨਾਲ। ਭਾਈ ਕੋਈ ਡਿਪਰੈਸ਼ਨ ਨਹੀਂ ਹੈਗਾ। ਦਿਸ ਇਜ਼ ਜਸਟ ਏ ਬਿਹੇਵੀਅਰ। ਕਿਉਂਕਿ ਜਿਸ ਬੰਦੇ ਨੂੰ ਸਾਰੇ ਬਾਰੇ ਅਹਿਸਾਸ ਹੈ ਕਿ ਭਾਈ ਜੀਭ ਨੂੰ ਕੀ ਸਵਾਦ ਲੱਗਦਾ, ਕੀ ਘੱਟ ਸਵਾਦ ਲੱਗਦਾ, ਉਹ ਅਜੇ ਬਹੁਤ ਨੋਰਮਲ ਲੈਵਲ ਤੇ ਹੈਗਾ। ਫਿਰ ਉਸ ਤੋਂ ਬਾਅਦ ਉਹਦੇ ਕੱਪੜੇ ਵਗੈਰਾ ਪਾਉਣ ਬਾਰੇ ਬੜੀ ਕੇਅਰ ਕਰਦਾ ਜੀ। ਉਹ ਤੇ ਬਿਲਕੁਲ ਉਹ ਮਾੜਾ ਕੱਪੜਾ ਪਾਉਂਦੇ ਨਹੀਂ ਬਿਲਕੁਲ। ਉਹ ਤਾਂ ਕਹਿੰਦਾ ਬ੍ਰਾਂਡਡ ਕੱਪੜਾ ਦਿਓ, ਆਹ ਦਿਓ, ਇਸ ਤਰ੍ਹਾਂ। ਭਾਈ ਪੂਰਾ ਪਤਾ ਉਹਨੂੰ
दैट मीन ਅਸੀਂ ਸਹੀ ਰੂਪ ਵਿੱਚ ਦੇਖੀਏ ਕਿ ਇੱਥੇ ਕੋਈ ਉਹੋ ਜਿਹਾ ਚੀਜ਼ ਨਹੀਂ ਹੈ। ਬੰਦੇ ਨੂੰ ਖਾਣ ਪਾਣ ਰਹਿਣ ਸਹਿਣ ਸਭ ਚੰਗਾ ਚਾਹੀਦਾ ਹੈ। ਹਾਂ, ਜਿੱਥੇ ਤੁਸੀਂ ਉਹਦੇ ਕੋਲੋਂ ਚੰਗੇ ਲਈ ਐਕਸਪੈਕਟੇਸ਼ਨਸ ਨਾ ਰੱਖੋ, ਉਹ ਕੀ ਹੈ ਕਿ ਉਹਦੀ ਬੋਲਬਾਣੀ ਚੰਗੀ ਹੋਏ। ਨਹੀਂ 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 ਨਹੀਂ, ਖਾਣਾ ਚੰਗਾ, ਪਾਣਾ ਚੰਗਾ, ਹੰਡਾਣਾ ਚੰਗਾ, ਬੋਲਣਾ ਨਹੀਂ ਚੰਗਾ। दैट इज़ द प्रॉब्लम, बिहेवियर प्रॉब्लम है। फिर कल्ला ये नहीं गा कुछ रिस्पोंसिबिलिटीज़ की गल करो भी भाई देख तेनों कपड़े साफ सुथरे पाए बड़े चंगे लगते हैं, लॉन्ड्री च हैल्प कराया कर, कुछ जेडे होम चोर्स ने उन्होंने हथ वटाया कर, सफाई कराया कर, वैक्यूम कराया कर। नो, आई कैन नॉट डू इट। इत्थे बिहेवियर प्रॉब्लम है। फिर कल्ला ये नहीं गा, होर पिछे आ जाइए। फूड तो मैंने बड़ा स्वादी लगता, मैंने तो फूड जोड़ा है कॉन्टीनेंटल फूड होए, ट्रेडिशनल इंडियन फूड होए, फला फूड आई लाइक इट, आई लव एक्चुअली साल्टी फूड, आई लव सम सॉर्ट ऑफ सावर टाइप ऑफ फूड, स्वीट फूड, ऑल दैट। ठीक है भाई, सारा कुछ वधिया, पर तू घट तो घट किचन के डिशेज साफ कराया कर, 2 घंटे लाया कर, थोड़ा कोई क्लीन करवाया कर किचन में चंगी तरह। नो नो, आई कैन नॉट डू इट। इहो जे जीवन दे विच जिहदे च खाना पाना सब कुछ तो बड़ा स्पैसीफिक चाहिदा आ, बड़ा जिन्हों कह लग सफिस्टिकेटेड चाहिदा आ, ते जिथे कंट्रीब्यूट करने वास्ते जीरो एनर्जी है, जीरो इंटेंशन है, त्रिग त्रिग खाया। की त्रिग खाना है, वह त्रिकारयोग खाना है, इत्थों बात शुरू होती है। फिर कला ये नहीं गा, अगले पड़ाव आ जाओ। ये गुरु ग्रंथ साहब की बाणी है, महाराज ने बाणी च अपने कभी शब्द पढ़िया होया, साहब कहते खाना पाना हंडाना माड़ी गल नहीं, बल्कि बंदे नूं चंगा खाना चाहिए, चंगा पाना चाहिए। जो मैं मत्था टेकन लिया रहा सीगा, रागी वीर शब्द गा रहे सी भगत धन्ना जी का, गोपाल तेरा आरता जो जन तुमरी भगत करन ते तिनके कार सवारता। उज भगत जी अरदास करते अकाल पुरख वाहिगुरू अगे भी हे करतार तू दात दहिंद है, ते असी वी आर बैगर्स, असी मंगते हैं तेरे तो मंगते हैं, तू तरस कर सानू ना कुछ बख्शिश कर। की बख्शिश करेंगा? तो एक कम कर, मेरिया आ मंगां ते जड़ियां बड़ियां जिन्हों कह लो कि बड़ियां बेसिक्स जे उन्होंने पूरियां कर दे। की मंगा ने तुहाडियां बेसिक्स भगत जी? तो बचन ये है, दाल सीधा मांगू घीओ। मेरे कोल ना खाण पीण लई दाल सीधा ग्रोसरी होए प्रॉपरली, सो दैट आई कैन मेक समथिंग आई कैन ईट। एंड वैन आई एम आस्किंग फॉर ग्रोसरी, ये नहीं कि मैं रुखी सुखी खानी पे, ना 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 ना, एक्चुअल लैवल ते मैनू मेरी रोटी जी वधिया मिले, घ्यो पा के मिले। हुण घ्यो पा के प्रशादा पानी छकना भारती खिते के ट्रेडिशनल रंग ही तुसीं देखोगे, दैट मीन मेरी अफोर्डेबिलिटी इन्नी होए, मैं चंगा खाना प्रशादा खा सकां। दाल सीधा मांगू घीओ, आम करके आपने कभी पंजाबी च ईडीएम सुनिया होए, वो चलो ढिड ही भरना है, जो मर्जी खा लो। इत्थे भगत जी कहते ना 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 ना, आई डोंट वांट टू ईट जस्ट फिल माई स्टमक, ना ना, बल्कि जे खाने वाली थाली आवे सामने तो मैनू मन मार के ना खाना पे, ओहो चलो होर कोई चॉइस है नहीं कि हैव टू ईट। नो नो, मैं तां खावां जे मैनू खुशी मिले खा के, समथिंग विच एक्चुअली प्रोवाइड मी सम सॉर्ट ऑफ प्लेजर, दैट्स वाई आई वांट टू ईट समथिंग। इस करके मैं खाना चाहुंदा आ, सिर्फ ढिड भरन लई नहीं खाना चाहुंदा। क्या दाल सीधा मांगू घीओ, हमरा खुशी करे नित जियो। इहदे नाल मैनूं निता प्रति खुशी मिले, जिंद मेरी खुश रहे, एंड वधिया तरह खाना पीना इहो जिहा होए मेरे कोल। इहदी मेरी अरदास है तेरे सामने, ये मैनूं नवाज दी। दाल सीधा मांगू घीओ, हमरा खुशी करे नित जियो। पनिया छादन नीका, पनिया छादन हुंदा पैड़ना पहनना ते ओढ़ना, मतलब मैनूं कपड़े वस्त्र भी चंगे चाहिए ने पाउण वास्ते। जिहड़ा नीका, नीका दा मतलब हुंदा वधिया, जिहड़े जिहड़े सूटेबल करन, मैनूं चंगे लगन। ऐसा ना होए मैं कोई कपड़ा पा के समाज च निकला तो लोग कहण लै इहनूं ते कपड़ा पाने की अकल नहीं हैगी, या इहदे कोल ते अफोर्डेबिलिटी नहीं, कपड़े ही चंगा पा सकदा। ना ना ना, मेरे कोल इन्नी कैबिलिटी होए कि मैं चंगी क्लोथिंग जिहड़ी है, चंगा जिहड़ा हैगा ओह तरीके ड्रैसअप हो सका। क्या पनिया छादन नीका, अनाज मांगू सत सीका। सत सीका बिल्कुल एक मैटाफोर है, तो ट्रेडिशनल लैंगुएज दे विच इसनूं समझाया गया है। अजकल तो फार्मिंग बदल गई है, जिवें तुसीं लंबे समय तो पंजाब दे विच फार्मर एजिटेशन देख रहे हो।
I was listening some sort of news a few weeks back. CNN, CBC and some other media outlets, they were providing, oh, in Cuba people are on streets, they are showing some sort of demonstration against their government. And when I was trying to observe those news clips and those news scenes, then I saw there are not much people, very actually small number of people who are doing some sort of hesitation against their government bodies. And that happened only 2 or 3 days, that not more than that. And after that, everything was normal. But they reported it very, very well. They were actually just making a lot of noise about those agitations. On the other hand, when we see something is happening from months and in a very actually large crowded country and in the capital of that country, and thousands of thousands people are on streets and they are just demonstrating day and night, but CNN, CBC, BBC, the world renowned actually media outlets, they never pay attention, even bother themselves to report those things on that level, that they should do that. ਜਿੱਥੇ ਉਹਨਾਂ ਨੂੰ ਉਹ ਜਿਹਾ ਕਰਨਾ ਚਾਹੀਦਾ ਸੀਗਾ। ਹੋਇਆ ਕੀ ਹੈ? ਹੋਇਆ ਇਹ ਹੈ ਕਿ ਉਹਨਾਂ ਦੇ ਪਿੱਛੇ ਮਲਟੀਨੈਸ਼ਨਲ ਕੰਪਨੀਜ਼ ਜਿਹੜੀਆਂ ਨੇ ਉਹ ਚਾਹ ਰਹੀਆਂ ਨੇ ਵੀ ਸਾਰੇ ਦਾ ਸਾਰਾ ਗਰਾਊਂਡ ਸਾਨੂੰ ਮਿਲ ਜਾਏ। ਦੈਟ ਇਜ਼ ਅ ਪ੍ਰੋਬਲਮ। ਉਹ ਇਹ ਸਹੀ ਰੂਪ ਵਿੱਚ ਬਾਤ ਕੀਤੀ ਜਾਏ ਤਾਂ ਉਹ ਪ੍ਰੋਬਲਮ ਇੱਥੋਂ ਆ ਰਹੀ ਹੈ, ਕਿਉਂਕਿ ਜਿਹੜਾ ਅੱਜ ਦਾ ਅਸੀਂ ਫਾਰਮਿੰਗ ਮਾਡਲ ਦੇਖ ਰਹੇ ਹਾਂ, ਤੁਸੀਂ ਨਾਰਥ ਅਮਰੀਕਾ 'ਚ ਦੇਖੋ, ਨਾਰਥ ਅਮਰੀਕਾ ਦੇ ਵਿੱਚ ਫਾਰਮਿੰਗ ਨਹੀਂ ਹੁੰਦੀ ਹੈ, ਪਰ ਇਹਦੇ ਅੰਦਰ ਕਿੰਨੇ ਕੁ ਲੋਕ ਨੇ ਜਿਹੜੇ ਇਸ ਫਾਰਮਿੰਗ ਤੋਂ ਕੁਝ ਜਿਹੜਾ ਹੈਗਾ ਪ੍ਰੋਫਿਟ ਅਰਨ ਕਰਕੇ ਆਪਣੀਆਂ ਜੇਬਾਂ 'ਚ ਪਾਉਂਦੇ ਨੇ। ਤੁਹਾਨੂੰ ਬਹੁਤ ਥੋੜ੍ਹੇ ਜਿਹੇ ਲੋਕ ਦਿਸ ਜਾਣਗੇ, ਕਿਉਂਕਿ ਮਸ਼ੀਨੀਕਰਨ ਹੋ ਗਿਆ ਸਾਰਾ। ਮੈਂ ਤਾਂ ਖੁਦ ਇੱਥੇ ਫਾਰਮਿੰਗ ਹੁੰਦੀ ਦੇਖਦਾ ਥੋੜ੍ਹਾ ਨਾਰਦਰਨ ਸਾਈਡ ਨੂੰ। ਇੱਕ ਬੰਦਾ ਆ, ਉਹੀ ਬਸ ਵੱਡਾ ਟਰੈਕਟਰ ਇੱਕ ਵੱਡੀ ਮਸ਼ੀਨ ਚਲਾ ਰਿਹਾ, 500-700 ਹਜ਼ਾਰ 2000 ਕਿੱਲਾ ਬੀਜ ਦਿੰਦਾ ਅਤੇ 2-3 ਦਿਨਾਂ ਦੇ ਵਿੱਚ ਵੱਡੀ ਕੰਬਾਈਨ ਲਿਆ ਕੇ ਇੱਕੋ ਬੰਦਾ ਉਹੀ ਕੰਬਾਈਨ ਚਲਾ ਕੇ ਵੱਢੀ ਜਾਂਦਾ। ਫਿਰ ਉਹੀ ਕੰਬਾਈਨ ਤੋਂ ਥੱਲੇ ਉਤਰਦਾ, ਟਰੱਕ ਲੈ ਕੇ ਕੋਲ ਲੈ ਕੇ ਆਉਂਦਾ, ਉਹਦੇ 'ਚ ਜਿਹੜਾ ਹੈਗਾ ਅਨਾਜ ਪਾਉਂਦਾ ਅਤੇ ਫਿਰ ਸਾਈਡ 'ਤੇ ਉਹ ਜਾ ਕੇ ਇੱਕ ਵੱਡਾ ਉਹਨੇ ਜਿੱਥੇ ਸਟੋਰੇਜ ਸਪੇਸ ਬਣਾਇਆ ਉੱਥੇ ਪਾ ਆਉਂਦਾ। ਬਸ ਇਕੱਲਾ ਬੰਦਾ 2-3 ਦਿਨਾਂ ਸਾਰਾ ਕੰਮ ਡਨ ਕਰ ਦਿੰਦਾ। ਆਲਮੋਸਟ ਜਿਹੜੇ ਹਿਊਮਨ ਰਿਸੋਰਸਿਸ ਨੇ ਉਹਨਾਂ ਨੂੰ ਉਹਦੇ 'ਚ ਐਲੀਮੀਨੇਟ ਕਰੀ ਜਾਂਦੇ ਨੇ ਵੀ ਹੁਣ ਲੋੜ ਹੀ ਨਹੀਂ, ਕਿਉਂਕਿ ਸਾਰਾ ਕੁਝ ਜਿਹੜਾ ਹੈਗਾ ਤੁਹਾਡੇ ਕੋਲ ਅਲਟਰਨੇਟਿਵਸ ਹੈਗੇ ਨੇ, ਉਹਨਾਂ ਨੂੰ ਯੂਜ਼ ਕਰੋ। ਸੋ ਸੇਮ ਚੀਜ਼ ਉੱਥੇ ਇਸ ਕਿਸਮ ਦੇ ਨਾਲ ਲਾਂਚ ਕਰਨ ਦੀ ਬਾਤ ਹੋ ਰਹੀ ਹੈ। ਇਹ ਦੌਰ ਹੈ ਜਿਹਦੇ 'ਚ ਅਸੀਂ ਵੇਖ ਰਹੇ ਹਾਂ। ਅਤੇ ਸੱਚਾਈ ਇਹ ਹੈ, ਬੰਦੇ ਨੂੰ ਫਿਜ਼ੀਕਲ ਲੇਬਰ ਕਰਨ ਤੋਂ ਹਟਾ ਦਿਓ ਅਤੇ ਉਹਦੇ ਰਿਪਲੇਸਮੈਂਟ ਦੇ ਤੌਰ 'ਤੇ ਜਿਮ ਪਿੰਡ ਵਿੱਚ ਖੋਲ੍ਹ ਦਿਓ ਤਾਂ ਕਿ ਉਹ ਆਪਣੇ ਐਕਸਰਸਾਈਜ਼ ਕਰੇ ਅਤੇ ਬਾਡੀ ਬਣਾਏ। ਹਾਲਾਂਕਿ ਇਹ ਸਾਰਾ ਅਨਨੈਚੁਰਲ ਲਾਈਫ ਸਟਾਈਲ ਆ। ਜਦੋਂ ਆਪਾਂ ਮਿੱਟੀ ਦੀ ਗੱਲ ਕਰਦੇ ਹਾਂ, ਮਿੱਟੀ ਸਿਰਫ ਅਨਾਜ ਪੈਦਾ ਕਰਕੇ ਜਾਂ ਫਰੂਟ ਵਗੈਰਾ ਪੈਦਾ ਕਰਕੇ ਸਾਨੂੰ ਦੇਣ ਵਾਸਤੇ ਨਹੀਂ ਹੈ। ਸਾਨੂੰ ਮਿੱਟੀ 'ਚ ਖੇਡਣਾ ਚਾਹੀਦਾ, ਮਿੱਟੀ ਨਾਲ ਮਿੱਟੀ ਹੋਣਾ ਚਾਹੀਦਾ। ਮਿੱਟੀ ਸਿਰਫ ਅਤੇ ਸਿਰਫ ਅਨਾਜ ਦੇ ਰੂਪ ਵਿੱਚ ਸਾਡੇ ਅੰਦਰ ਨਾ ਜਾਵੇ, ਬਲਕਿ ਜਦੋਂ ਮਿੱਟੀ ਨਾਲ ਬੰਦਾ ਪਲੇ ਕਰਦਾ ਹੈ ਉਹਦੇ ਨਹੁੰਆਂ 'ਚ ਮਿੱਟੀ ਜਾਂਦੀ ਹੈ। ਇਸ ਤਰੀਕੇ ਦੇ ਨਾਲ ਉਹਦੀ ਬਾਡੀ 'ਤੇ ਮਿੱਟੀ ਲੱਗਦੀ ਹੈ। ਪੂਰੇ ਦੀ ਪੂਰੀ ਸਾਡੀ ਬਾਡੀ ਦੀ ਇੱਕ ਥੈਰੇਪੀ ਹੁੰਦੀ ਹੈ ਜਿਹਦੇ ਨਾਲ ਅਸੀਂ ਹੈਲਦੀ ਰਹਿੰਦੇ ਹਾਂ। ਜਿਹੜੀਆਂ ਐਲਰਜੀਜ਼ ਘਟਦੀਆਂ ਨੇ, ਬੰਦੇ ਦਾ ਇਮਿਊਨ ਸਿਸਟਮ ਠੀਕ ਹੁੰਦਾ ਆ, ਗੁੱਡ ਬੈਕਟੀਰੀਆ ਉਹਨੂੰ ਪ੍ਰਾਪਤ ਹੁੰਦਾ ਆ। ਇਹ ਸਾਰਾ ਕੁਝ ਇਸ ਰੂਪ ਵਿੱਚ ਹੁੰਦਾ। ਪਰ ਕਿਉਂਕਿ ਪੁੱਠਾ ਗੇੜਾ ਦੇਣਾ ਸਾਰੇ ਕਾਸੇ ਨੇ, ਕਿ ਇਕੋਨਮੀ ਦਾ ਮਾਡਲ ਯੂਰੋਸੈਂਟਰਿਕ ਅਪਰੋਚ 'ਚ ਆਇਆ ਹੈਗਾ, ਉਸੇ ਨੂੰ ਹੀ ਅੱਖਾਂ ਬੰਦ ਕਰਕੇ ਫੋਲੋ ਕਰੀ ਜਾਣਾ ਆ। ਅਤੇ ਉਹ ਸਾਰੇ ਦੇ ਵਿੱਚੋਂ ਹੁਣ ਇਹ ਸਾਰੀਆਂ ਅਲਾਮਤਾਂ ਜਿਹੜੀਆਂ ਨਿਕਲ ਰਹੀਆਂ ਨੇ। ਹਾਲਾਂਕਿ ਬਾਈ ਚਾਂਸ ਇੱਕ ਬਾਤ ਕਿਊਬਾ ਦੀ ਹੋ ਰਹੀ ਸੀ। ਆਪ ਅਹਿਸਾਸ ਕਰੋਗੇ ਕਿਊਬਾ ਦੇ ਵਿੱਚ ਦੁਨੀਆ ਦਾ ਵਹਿਦ ਇੱਕ ਐਸਾ ਮੁਲਕ ਆ ਜਿੱਥੇ ਤੁਸੀਂ ਹੌਰਟਿਕ ਸਾਈਡ 'ਤੇ ਆ ਜਾਓ, ਤੁਸੀਂ ਬੋਟੈਨਿਕ ਸਾਈਡ 'ਤੇ ਆ ਜਾਓ, ਤੁਸੀਂ ਐਗਰੀਕਲਚਰ ਸਾਈਡ 'ਤੇ ਆ ਜਾਓ, ਸਭ ਤੋਂ ਘੱਟ ਫਰਟੀਲਾਈਜ਼ਰ ਯੂਜ਼ ਹੁੰਦਾ ਹੈ, ਸਭ ਤੋਂ ਘੱਟ ਉੱਥੇ ਪੈਸਟੀਸਾਈਡਸ ਜਿਹੜੇ ਯੂਜ਼ ਹੁੰਦੇ ਨੇ, ਅਤੇ ਸਭ ਤੋਂ ਘੱਟ ਉੱਥੇ ਬਿਮਾਰੀਆਂ ਨੇ ਇਸ ਖੇਤਰ ਵਿੱਚ। ਪਸ਼ੂਆਂ ਨੂੰ ਸਭ ਤੋਂ ਘੱਟ ਬਿਮਾਰੀਆਂ ਨੇ।
ਉਹਦਾ ਕਾਰਨ ਹੀ ਹੋਇਆ ਕਿਉਂਕਿ ਯੂਰੋਸੈਂਟਰਿਕ ਸਾਰਾ ਦਾ ਸਾਰਾ ਜਿਹੜਾ ਅਪਰੋਚ ਅਡਾਪਟ ਨਹੀਂ ਕੀਤੀ ਗਈ। ਸੋ ਸਾਰੇ ਦੇ ਨਾਲ ਇੱਕ ਉੱਥੇ ਜਿਹੜਾ ਹੈਗਾ ਉਹਨਾਂ ਦੇ ਵਿੱਚ ਜਿਹੜੀ ਹੈਲਥ ਦਾ ਲੈਵਲ ਹੈ ਉਹ ਕਾਫੀ ਵਧੀਆ ਰਿਹਾ ਆ। ਖੈਰ ਜਿਹੜੀ ਬੇਨਤੀ ਕਰਨ ਲੱਗਾ ਸੀ ਉਹਦੇ 'ਤੇ ਵਾਪਸ ਆਵਾਂ। ਅੱਜ ਬਦਲਦੇ ਮੁਹਾਜ ਦੇ ਵਿੱਚ ਟਰੈਕਟਰਸ ਦੇ ਨਾਲ, ਮਸ਼ੀਨਾਂ ਦੇ ਨਾਲ ਸਭ ਚੀਜ਼ਾਂ ਹੁੰਦੀਆਂ। ਪੁਰਾਣੇ ਸਮੇਂ ਦੇ ਵਿੱਚ ਜਿਨ੍ਹਾਂ ਘਰਾਂ ਦੇ ਵਿੱਚ ਹਲ ਵਾਹਣ ਵਾਲੇ ਹਲ ਹੀ ਨਹੀਂ ਸੀ ਹੁੰਦੇ ਅਤੇ ਜਿਨ੍ਹਾਂ ਘਰਾਂ ਦੇ ਵਿੱਚ ਹਲਾਂ ਨੂੰ ਚਲਾਉਣ ਵਾਸਤੇ ਆਕਸਨਸ ਬਲਦ ਨਹੀਂ ਸੀ ਹੁੰਦੇ, ਉਹਨਾਂ ਘਰਾਂ ਦੇ ਵਿੱਚ ਅਨਾਜ ਬਹੁਤਾ ਨਹੀਂ ਸੀ ਹੁੰਦਾ, ਜਾਂ ਉਹਨਾਂ ਕੋਲ ਚੰਗਾ ਅਨਾਜ ਨਹੀਂ ਸੀ ਹੁੰਦਾ। ਭਗਤ ਜੀ ਕਹਿੰਦੇ ਮੇਰੇ ਘਰ ਅਨਾਜ ਹੋਏ ਤੇ ਪਤਾ ਕਿਹੜਾ ਹੋਏ? ਅਨਾਜ ਵਾਂਗੂ ਸਤ ਸੀਂ ਕਾ। ਸੀਂ ਟਿਪੀਕਲ ਪੰਜਾਬੀ ਵਰਡ ਆ। ਇੱਕ ਵਾਰ ਖੇਤ ਨੂੰ ਜਿਹੜੀ ਜ਼ਮੀਨ ਆ ਉਹਨੂੰ ਕਲਟੀਵੇਟ ਕਰਨ ਨੂੰ ਸੀਂ ਲਾਉਣਾ ਕਹਿੰਦੇ ਆ। ਜਿਸ ਜ਼ਮੀਨ ਨੂੰ 7 ਸੀਆਂ ਲੱਗੀਆਂ ਹੋਣ, ਮੀਨ ਬਹੁਤ ਚੰਗੀ ਤਰ੍ਹਾਂ ਵਾਹੀ ਹੋਈ ਜ਼ਮੀਨ ਹੋ, ਉਹਦੇ 'ਚ ਚੰਗਾ ਅਨਾਜ ਪੈਦਾ ਹੋਏਗਾ, ਜਿਹਦੇ 'ਚ ਚੰਗੇ ਮਿਨਰਲਸ ਹੋਣਗੇ, ਜਿਹਦੇ 'ਚ ਚੰਗਾ ਜਿਹੜਾ ਹੈਗਾ ਉਹਦੇ 'ਚ ਚੰਗੇ ਕਾਰਬਸ ਹੋਣਗੇ, ਚੰਗਾ ਉਹ ਫੂਡ ਸਹੀ ਰੂਪ ਦੇ ਵਿੱਚ ਮੇਰੇ ਵਾਸਤੇ ਹੈਲਦੀ ਹੋਏਗਾ। ਮੈਨੂੰ ਇਹੋ ਜਿਹਾ ਅਨਾਜ ਅਤੇ ਇਹੋ ਜਿਹੀ ਗਰੋਸਰੀ ਚਾਹੀਦੀ ਹੈ। ਮੈਂ ਇੰਨਾ ਰਿਸੋਰਸਫੁਲ ਜੀਵਨ ਚਾਹੁੰਦਾ ਆ। ਸੋ ਖਾਣ ਪਾਣ ਰਹਿਣ ਸਹਿਣ ਦੀ ਗੁਰੂ ਸਾਹਿਬ ਨੇ ਬਾਣੀ 'ਚ ਇੰਨੀ ਵਧੀਆ ਗੱਲ ਕੀਤੀ ਹੈ। ਅਤੇ ਇਕੱਲਾ ਇਹ ਨਹੀਂ ਗਾ, ਅਨਾਜ ਮੰਗੂ ਸਤ ਸੀਕਾ, ਗਊ ਭੈਂਸ ਮੰਗੂ ਲਾਵੇਰੀ। ਆਪ ਪਿੰਡਾਂ ਥਾਵਾਂ ਤੋਂ ਜੇ ਆਏ ਹੋ ਤੇ ਦੇਖਿਆ ਹੋਏ, ਪਿੰਡਾਂ 'ਚ ਅਸੀਂ ਪਸ਼ੂ ਪਾਲਦੇ ਹੁੰਦੇ ਸੀਗੇ ਅਤੇ ਪਸ਼ੂਆਂ ਦੇ ਵਿੱਚ ਗਾਵਾਂ ਮੱਝਾਂ ਹੁੰਦੀਆਂ ਸੀਗੀਆਂ ਅਤੇ ਬੰਦਾ ਸਾਲ 6-6 ਮਹੀਨੇ 2-2 ਸਾਲ ਇੱਕ ਮੱਝ ਪਸ਼ੂ ਸੰਭਾਲਦਾ, ਉਸ ਤੋਂ ਬਾਅਦ ਫਿਰ ਦੁੱਧ ਦੇਣ ਦੇ ਕਾਬਲ ਹੁੰਦਾ। ਅਤੇ ਕਈਆਂ ਦੇ ਘਰਾਂ 'ਚ 5-6 ਮੱਝਾਂ ਹੁੰਦੀਆਂ, ਪਰ ਦੁੱਧ ਵਿਚਾਰੇ ਕਿਸੇ ਤੋਂ ਬਾਏ ਕਰਦੇ, ਮੁੱਲ ਲੈਂਦੇ। ਲੋਕ ਕਹਿੰਦੇ ਕਮਾਲ ਹੋ ਗਈ, ਤੁਹਾਡੇ ਕੋਲ 10 ਮੱਝਾਂ ਨੇ ਘਰ ਦੇ ਵਿੱਚ ਅਤੇ ਦੁੱਧ ਤੁਸੀਂ ਬਾਹਰੋਂ ਬਾਏ ਕਰ ਰਹੇ ਹੋ। ਭਾਈ ਮੱਝਾਂ ਤਾਂ ਹੈਗੀਆਂ ਨੇ ਪਰ ਦੁੱਧ ਨਹੀਂ ਕੋਈ ਤੇਰੀ ਮੱਝ। ਇਹਦਾ ਮਤਲਬ ਇੱਥੇ ਭਗਤ ਜੀ ਕਹਿੰਦੇ ਮੈਂ ਚਾਹੁੰਦਾ ਮੇਰੇ ਘਰ ਪਸ਼ੂ ਵੀ ਹੋਣ, ਪਰ ਗਊ ਭੈਂਸ ਵਾਂਗੂ ਲਵੇਰੇ ਹੋਣ, ਸਾਰੇ ਦੁੱਧ ਦੇਣ ਵਾਲੇ ਹੋਣ। ਮੈਨੂੰ ਇਹੋ ਜਿਹੀ ਜਿਹੜੀ ਹੈ ਭਾਵੇਂ ਇਹੋ ਜਿਹੀ ਮੇਰੀ ਜੀਵਨ ਹੋਏ ਜਿਹਦੇ 'ਚ ਮੇਰੇ ਕੋਲ ਸਭ ਫੈਸਿਲਿਟੀ ਸੁਵਿਧਾਵਾਂ ਹੋਣ ਉਸ ਰੂਪ ਦੇ ਵਿੱਚ। ਫਿਰ ਇਕੱਲਾ ਇਹ ਨਹੀਂ ਗਾ, ਕਿਆ ਗਊ ਭੈਂਸ ਵਾਂਗੂ ਲਾਵੇਰੀ, ਇੱਕ ਤਾਜਨ ਤੁਰੀ ਚੰਗੇਰੀ। ਤੁਰੀ ਕਹਿੰਦੇ ਨੇ ਘੋੜੀ ਨੂੰ, ਅਤੇ ਘੋੜੇ ਘੋੜੀਆਂ ਭਾਰਤੀ ਖਿੱਤੇ ਦੇ ਵਿੱਚ ਵੀ ਪੁਰਾਣੇ ਸਮੇਂ ਤੋਂ ਮਤਲਬ ਰਹੇ। ਪਰ ਜਿਵੇਂ ਹੀ ਅਰੇਬਿਕ ਲੋਕ ਆਏ ਅਤੇ ਉਹਨਾਂ ਨੇ ਇੱਥੇ ਆ ਕੇ ਅਰਬੀ ਘੋੜੇ ਲਿਆਂਦੇ। ਅਰਬੀ ਘੋੜੇ ਜਿਹੜੇ ਨੇ ਇਹ ਵੱਡੇ ਉੱਚੇ ਵੀ ਹੁੰਦੇ, ਸੋਹਣੇ ਵੀ ਲੱਗਦੇ, ਅਤੇ ਇਹਨਾਂ ਦੇ ਵਿੱਚ ਇਹਨਾਂ ਦੀ ਸਵਾਰੀ ਵੀ ਚੰਗੀ ਹੁੰਦੀ ਕਿਉਂਕਿ ਇਹ ਤੇਜ਼ ਦੌੜਦੇ, ਲੰਬਾ ਸਮਾਂ ਦੌੜ ਸਕਦੇ। ਇਸ ਰੂਪ ਦੇ ਵਿੱਚ ਜਿਹੜੀ ਆਮ ਦੇਸੀ ਘੋੜਾ ਆ, ਦੇਸੀ ਘੋੜੀ ਸੀਗੀ, ਉਹਦੀ ਕੀਮਤ ਬਹੁਤ ਥੋੜ੍ਹੀ ਹੁੰਦੀ। ਅਰਬੀ ਨਸਲ ਦੇ ਘੋੜੀ ਦੀ ਕੀਮਤ ਬਹੁਤ ਹੁੰਦੀ। ਸੋ ਕਿਆ ਮਾਲਕ ਸਭ ਕਾਸੇ ਦੇ ਨਾਲ ਮੈਂ ਇਹ ਵੀ ਮੰਗਦਾ, ਇੱਕ ਤਾਜਨ ਤੁਰੀ ਚੰਗੇਰੀ। ਮੇਰੇ ਕੋਲ ਇੱਕ ਤੁਰੀ, ਇੱਕ ਸਵਾਰੀ ਵੀ ਹੋਏ, ਪਰ ਸਵਾਰੀ ਪਤਾ ਕੈਸੀ ਹੋਏ? ਤਾਜਨ ਤੁਰੀ, ਅਰਬੀ ਘੋੜੀ, ਵਧੀਆ ਵਾਲੀ ਘੋੜੀ ਹੋਏ ਮੇਰੇ ਕੋਲ। ਇਹਨੂੰ ਮੈਂ ਸਰਲ ਭਾਵ ਵਿੱਚ ਇਸ ਤਰ੍ਹਾਂ ਬਿਆਨ ਕਰਦਾ, ਕੋਈ ਬੰਦਾ ਗੁਰਦੁਆਰਾ ਸਾਹਿਬ ਆਏ, ਸਪੋਜ਼ ਕਰੋ ਜੇ ਉਹ ਜ਼ਿਆਦਾਤਰ ਰਾਈਡ ਲੈਂਦਾ, ਉਬਰ ਰਾਈਡ ਕਰਦਾ ਆ ਜਾਂ ਬੱਸ 'ਤੇ ਟਰੈਵਲ ਕਰਦਾ ਆ, ਅਤੇ ਅੱਜ ਉਹ ਅਰਦਾਸ ਕਰਨ ਲੱਗਾ, ਮਾਲਕ ਬਖਸ਼ਿਸ਼ ਕਰੀ, ਲੋਕ ਸਾਰੇ ਕਾਰਾਂ ਚਲਾਉਂਦੇ ਨੇ, ਮੈਨੂੰ ਵੀ ਕਾਰ ਮਿਲੇ। ਅਤੇ ਫਿਰ ਸੋਚਿਆ ਬਾਬਾ ਜੀ ਤੁਸੀਂ ਤਾਂ ਬੜੇ ਕਿਰਪਾਲੂ ਹੋ, ਤੁਸੀਂ ਤਾਂ ਚਾਹੋ ਤੇ ਇਹੋ ਜਿਹੇ ਰਿਸੋਰਸਿਸ ਮਿਲ ਜਾਣ ਕਿ ਮੈਨੂੰ ਸਵੇਰੇ ਹੀ ਕਾਰ ਮਿਲ ਜੇ। ਪਰ ਬਾਬਾ ਜੇ ਕਾਰ ਮਿਲਣੀ ਹੈ ਦੈਨ ਆਈ ਡੋਂਟ ਵਾਂਟ ਕਰੋਲਾ ਔਰ ਸਿਵਿਕ ਹੋਂਡਾ, ਨੋ। ਬਾਬਾ ਜੀ ਜੇ ਕਾਰ ਮਿਲਣੀ ਹੈ ਤਾਂ ਐਟਲੀਸਟ ਮਰਸਡੀ ਬੈਂਸ 'ਤੇ ਹੋਏ, ਮੈਂ ਚਲਾਵਾਂ ਤੇ ਵਧੀਆ ਤੇ ਲੱਗੇ ਮੈਨੂੰ। ਐਗਜ਼ੈਕਟਲੀ ਭਗਤ ਜੀ ਸਿੰਘ ਸੇਮ ਵੇ, ਤੁਰੀ ਤੇ ਹੋਏ ਪਰ ਦੇਸੀ ਘੋੜੀ ਨਹੀਂ ਛੋਟੀ ਜਿਹੀ ਹੋਏ, ਨਾ। ਤਾਜਨ ਤੁਰੀ ਚੰਗੇਰੀ, ਚੰਗੀ ਨਸਲ ਦਾ, ਅਰਬੀ ਨਸਲ ਦਾ ਘੋੜੀ ਹੋਏ ਮੇਰੇ ਕੋਲ। ਸੋ ਇਹ ਜਿਹੜੀ ਬਾਤ ਹੈ, ਖਾਣ ਪਾਣ ਰਹਿਣ ਸਹਿਣ ਚੰਗੇਰਾ ਹੋਏ ਸਾਡਾ। ਗੁਰਬਾਣੀ ਇਹਦੇ 'ਤੇ ਸਾਨੂੰ ਪ੍ਰੇਰਨਾ ਦਿੰਦੀ ਹੈ। ਪਰ ਚੰਗਾ ਖਾ ਕੇ, ਚੰਗਾ ਪਾ ਕੇ, ਚੰਗੇ ਘਰਾਂ 'ਚ ਰਹਿ ਕੇ, ਚੰਗੀਆਂ ਕਾਰਾਂ ਚਲਾ ਕੇ ਕਰਤੂਤ ਮਾੜੀ ਕਰੇ ਬੰਦਾ, ਇਹ ਸੋਭਦਾ ਆ। ਇੱਥੇ ਸਾਹਿਬ ਕਹਿੰਦੇ ਤ੍ਰਿਗ ਖਾਇਆ, ਖਾਣਾ ਤ੍ਰਿਕਾਰ ਯੋਗ ਹੈ ਤੇਰਾ। ਜੇ ਇਹ ਸਭ ਕੁਝ ਕਰਦਿਆਂ ਹੋਇਆਂ ਤੂੰ ਜਿਹਦੀ ਬਾਤ ਆਪਾਂ ਸ਼ੁਰੂਆਤ 'ਚ ਕੀਤੀ, ਜਿਹੜੀ ਟਰੁਥਫੁਲਨੈਸ ਹੈ, ਜਿਹੜੀ ਜੀਵਨ ਦਾ ਇੱਕ ਚੰਗੇਰਾਪਨ, ਸਚਿਆਰਤਾ ਵਾਲਾ ਪੱਖ ਆ, ਉਹ ਤੈਨੂੰ ਅਡਾਪਟ ਨਹੀਂ ਕਰਨਾ ਆਇਆ। ਤ੍ਰਿਗ ਖਾਇਆ, ਤ੍ਰਿਗ ਸੋਇਆ, ਆਰਾਮ ਗਾਹਾਂ,
ਨੀਂਦ ਤੇ ਉੱਥੇ ਆਉਂਦੀ ਜਿੱਥੇ ਬੰਦੇ ਨੂੰ ਸੌਣ ਵਾਸਤੇ ਪ੍ਰੋਪਰ ਸਪੇਸ ਮਿਲੇ, ਜਗ੍ਹਾ ਮਿਲੇ, ਕੰਫਰਟ ਹੋਏ, ਬੰਦਾ ਜਾਏ ਪ੍ਰੋਪਰਲੀ ਜਿਹੜਾ ਹੈਗਾ ਆਪਣੇ ਹਾਈਜੀਨ ਕਰ ਸਕੇ, ਨਹਾ ਸਕੇ, ਸ਼ਾਵਰ ਲੈ ਸਕੇ, ਫਿਰ ਆਰਾਮ ਦੇ ਨਾਲ ਕੰਫਰਟ ਬੈੱਡ ਦੇ ਉੱਤੇ ਜਾ ਕੇ ਸੋ ਸਕੇ, ਮਤਲਬ ਚੰਗਾ ਉਹਦੇ ਕੋਲ ਰਿਹਾਇਸ਼ਗਾਹ ਹੋਏ। ਸਭ ਕਹਿੰਦੇ ਉਸ ਰਿਹਾਇਸ਼ਗਾਹ ਚੰਗੀ ਹੋਣ ਦਾ ਕੀ ਫਾਇਦਾ ਜੇ ਬੰਦੇ ਦੇ ਜੀਵਨ ਦੇ ਅਸੂਲ ਤੇ ਗੁਣ ਹੀ ਨਹੀਂ ਹੈਗੇ ਉਹਦੇ ਕੋਲ। ਤੇ ਇਹੀ ਧਰਮ ਦਾ ਅਸਲ ਆਸ਼ਾ ਆ। ਕਿਆ ਤ੍ਰਿਗ ਤ੍ਰਿਗ ਖਾਇਆ, ਤ੍ਰਿਗ ਤ੍ਰਿਗ ਸੋਇਆ, ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ। ਵੈਸੇ ਤੇ ਬੜੇ ਮਹਿੰਗੇ ਤੇ ਵਧੀਆ ਤੋਂ ਵਧੀਆ ਬੰਦਾ ਕੱਪੜੇ ਪਾਉਂਦਾ, ਸਭ ਕੁਝ ਕਰਦਾ ਹੈ, ਪਰ ਜਿਹੜਾ ਜੀਵਨ ਦੇ 'ਚ ਆਭਾ ਆ, ਸਪੋਜ਼ ਕਰੋ ਕੱਲੀਆਂ ਇਤਰ ਫਲੇਰਾਂ ਜਿਹਨੂੰ ਅਸੀਂ ਪਰਫਿਊਮਸ ਕਹਿ ਦਿੰਦੇ ਹਾਂ, ਚੰਗੀ ਫ੍ਰੈਗਰੈਂਸ ਜਿਹੜੀ ਹੈਗੀ ਏ ਉਹ ਲਗਾਉਣ ਦੇ ਨਾਲ ਬੰਦੇ ਦੀ ਪਰਸਨੈਲਿਟੀ ਜਿਹੜੀ ਹੈ ਖੁਸ਼ਬੂਦਾਰ ਥੋੜ੍ਹਾ ਹੋ ਜਾਂਦੀ ਹੈ। ਇਹ ਤਾਂ ਖੁਸ਼ਬੂਦਾਰ ਹੁੰਦੀ ਏ ਜਦੋਂ ਬੰਦਾ ਆਲੇ ਦੁਆਲੇ 'ਚ ਕਿਸੇ ਦੀ ਮਦਦ ਕਰਦਾ ਹੈ, ਕਿਸੇ ਦੇ ਨਾਲ ਪਿਆਰ ਨਾਲ ਪੇਸ਼ ਆਉਂਦਾ ਹੈ, ਕਿਸੇ ਦੇ ਵਾਸਤੇ ਭਲੇ ਦਾ ਕੰਮ ਕਰਦਾ ਆ, ਆਪਣੇ ਵੱਲੋਂ ਬਣਦਾ ਸਰਦਾ ਆਪਣੇ ਪਰਿਵਾਰ, ਆਪਣੇ ਸਮਾਜ, ਆਪਣੇ ਆਲੇ ਦੁਆਲੇ 'ਚ ਕੰਟਰੀਬਿਊਟ ਕਰਦਾ ਆ। ਉਹ ਜਿਹੜੀ ਚੀਜ਼ ਆ ਬਾਬਾ ਜੀ ਕਹਿੰਦੇ ਇਹ ਨਾ ਹੋਇਆ ਫਿਰ ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ। ਇਹ ਲਿਸ਼ਕਦੇ ਚਮਕਦੇ ਕੱਪੜੇ ਵੀ ਕਿਸ ਕੰਮ ਨੇ? ਤ੍ਰਿਕਾਰ ਯੋਗ ਨੇ। ਅਗਲਾ ਬਚਨ ਹੈ ਤ੍ਰਿਗ ਸਰੀਰ ਕੁਟੰਬ ਸਹਿਤ ਸਿਉ ਜਿਤ ਹੁਣ ਖਸਮ ਨਾ ਪਾਇਆ। ਤ੍ਰਿਗ ਸਰੀਰ ਕੁਟੰਬ ਸਹਿਤ ਸਿਉ, ਇਹ ਜਿਹੜਾ ਸਰੀਰ ਹੈ ਸਾਡਾ, ਇਹਦੇ ਸਮੇਤ ਸਾਡਾ ਪੂਰਾ ਦਾ ਪੂਰਾ ਕੋੜਮਾ ਕੁਟੰਬ। ਇੱਕ ਰੰਗ ਹੋਰ ਲੈ ਲਈ ਇਹਦੇ ਨਾਲ। ਦੇਖੋ ਸਰੀਰਾਂ ਦੀਆਂ ਆਦਤਾਂ ਜਿਹੜੀਆਂ ਨੇ ਇਹ ਕਿਸੇ ਲੈਬ ਵਿੱਚ ਬਿਲਟ ਹੁੰਦੀਆਂ, ਤਿਆਰ ਹੁੰਦੀਆਂ, ਅਤੇ ਉਹ ਲੈਬ ਕੋਈ ਹੋਰ ਨਹੀਂ ਗੀ, ਸਾਡਾ ਹਾਊਸ ਹੋਲਡ ਆ, ਸਾਡਾ ਹਾਊਸ ਇਨਵਾਇਰਮੈਂਟ ਆ। ਜਦੋਂ ਕੋਈ ਬੱਚਾ, ਕੋਈ ਸ਼ਖਸ ਬਾਹਰ ਬਹੁਤ ਵਧੀਆ ਤਰੀਕੇ ਦੇ ਨਾਲ ਕਿਸੇ ਇਨਸਾਨੀ ਕਦਰਾਂ ਕੀਮਤਾਂ ਨਾਲ ਹਿਊਮਨ ਵੈਲਿਊਜ਼ ਨੂੰ ਡੈਮੋਸਟ੍ਰੇਟ ਕਰਦਾ ਆ, ਤੇ ਲੋਕੀ ਪਤਾ ਕੀ ਕਹਿੰਦੇ ਆ, ਬਈ ਵੈਲ ਰੇਜ਼ਡ ਕਿਡ ਆ। ਹੁਣ ਦਾ ਮਤਲਬ ਕੀ ਹੈ? ਉਸ ਕੁਟੰਬ ਨੂੰ ਅਸਲ 'ਚ ਖੁਸ਼ੀ ਦਿੱਤੀ ਜਾ ਰਹੀ ਹੈ, ਕੁਟੰਬ ਦੀ ਤਾਰੀਫ ਹੋ ਰਹੀ ਹੈ ਜਿਸ ਕੁਟੰਬ ਨੇ ਉਹੋ ਜਿਹੇ ਬੱਚੇ ਦੀ ਆਮਦ ਲਿਆਂਦੀ ਹੈ। ਤੇ ਵੈਨ ਆਮ ਸੇਇੰਗ ਕੁਟੰਬ, ਕੁਟੰਬ ਡਜ਼ਨਟ ਮੀਨ ਜਸਟ ਮਾਂ ਪਿਤਾ, ਸਿਰਫ ਜਿਹੜਾ ਪੇਰੈਂਟਸ ਦੀ ਗੱਲ ਕਰ ਲਓ ਜਾਂ ਗ੍ਰੈਂਡ ਪੇਰੈਂਟਸ ਦੀ ਗੱਲ ਕਰ ਲਓ। ਕੁਟੰਬ ਦਾ ਮਤਲਬ ਹੋਲ ਕੋੜਮਾ ਆ, ਜਿਹਦੇ 'ਚ ਚਾਚੇ, ਮਾਮੇ, ਤਾਏ, ਮਾਸੀਆਂ, ਭੂਆ ਤੇ ਉਹਨਾਂ ਦੇ ਅਗਾਂਹ ਬੱਚੇ, ਤੇ ਪੂਰੇ ਦਾ ਪੂਰਾ ਜਿਸ ਸਰਕਲ ਦੇ ਵਿੱਚ ਬੱਚਾ ਪਲਦਾ ਆ ਉਹਦੀ ਬਾਤ ਹੋ ਰਹੀ ਹੈ। ਉਹ ਸਾਰੇ ਦਾ ਸਾਰਾ ਕੁਟੰਬ ਜਿਹੜਾ ਆ, ਉਹ ਸਾਰਾ ਦਾ ਸਾਰਾ ਕੋੜਮਾ ਜਿਹੜਾ ਤ੍ਰਿਕਾਰ ਯੋਗ ਹੈ, ਜਿਹਦੇ ਵਿੱਚ ਇਹੋ ਜਿਹੇ ਬੱਚੇ ਆਮਦ ਲੈ ਰਹੇ ਜਿਨ੍ਹਾਂ ਦੇ ਜੀਵਨ ਦੇ ਵਿੱਚ ਰੱਬੀ ਗੁਣਾਂ ਦਾ ਕੋਈ ਅਹਿਸਾਸ ਨਹੀਂ ਹੈਗਾ, ਜਿਨ੍ਹਾਂ ਦੇ ਕੋਲ ਮਨੁੱਖਤਾ ਦੇ ਸਤਿਕਾਰ ਦੀ ਕੋਈ ਬਾਤ ਨਹੀਂ, ਜਿਨ੍ਹਾਂ ਦੇ ਕੋਲ ਉਹ ਐਟੀਕੇਟਸ, ਮੈਨਰਸ, ਵੈਲਿਊਜ਼, ਤੇ ਟੌਪ ਆਫ ਦੈਟ ਕੋਈ ਸਪਿਰਿਚੁਅਲ ਸਾਈਡ ਦਾ ਅੰਦਰ ਕੋਈ ਜੀਵਨ ਦੇ ਵਾਸਤੇ ਅੰਦਰ ਜਗ੍ਹਾ ਨਹੀਂ ਹੈਗੀ। ਉਹਦੀ ਬਾਤ ਕੀਤੀ ਮਹਾਰਾਜ ਨੇ। ਤ੍ਰਿਗ ਸਰੀਰ ਕੁਟੰਬ ਸਹਿਤ ਸਿਉ ਜਿਤ ਹੁਣ ਖਸਮ ਨਾ ਪਾਇਆ। ਜੇ ਬੰਦੇ ਹੁਣ ਵੀ ਤੂੰ ਖਸਮ ਨਾ ਪ੍ਰਾਪਤ ਕੀਤਾ, ਖਸਮ ਨਾ ਪ੍ਰਾਪਤ ਕੀਤਾ, ਇਹਦੀ ਸਿੰਪਲ ਐਗਜ਼ਾਮਪਲ ਹੋਰ ਲਈਏ ਇੱਕ। ਅਸੀਂ ਇੱਥੇ ਜਿਸ ਨਾਰਥ ਅਮਰੀਕਨ ਕਲਚਰ 'ਚ ਰਹਿ ਰਹੇ ਹਾਂ, ਤੁਸੀਂ ਪੈਟਸ ਦੇਖਦੇ ਹੋ, ਲੋਕੀ ਪੈਟ ਨੂੰ ਕਿੰਨਾ ਕਿੰਨਾ ਪਿਆਰ ਕਰਦੇ, ਕਿਵੇਂ ਪਾਲਦੇ। ਜਿਵੇਂ ਪੈਟਸ ਦੀ ਕੇਅਰ ਹੁੰਦੀ ਹੈ, ਮਾਫੀ ਚਾਹਾਂਗਾ ਅਨਫੋਰਚੂਨੇਟਲੀ, ਇਵੇਂ ਤੇ ਬੰਦਿਆਂ ਦੀ ਕੇਅਰ ਵੀ ਨਹੀਂ ਹੁੰਦੀ। ਇਹ ਹਾਲਤ ਆ। ਮਤਲਬ ਇਹ ਕਿ ਜਿਹੜਾ ਪੈਟ ਬਿਜ਼ਨਸ ਆ ਬੜਾ ਬੂਮ ਕਰ ਰਿਹਾ, ਬਲਕਿ ਕੋਵਿਡ-19 'ਚ ਉਹ ਕਈ 100 ਟਾਈਮ ਬੂਸਟ ਕਰ ਗਿਆ, ਇਹ ਵੀ ਪਤਾ ਲੱਗਾ। ਹੁਣ ਉਹਦੇ 'ਚ ਬਾਤ ਕੀ ਹੈ ਕਿ ਕਾਰਨ ਕੀ ਹੈ, ਕਿਉਂ ਲੋਕਾਂ ਨੂੰ ਕੁੱਤੇ, ਬਿੱਲੀਆਂ, ਜਾਨਵਰ ਇਹ ਚੰਗੇ ਲੱਗਦੇ ਨੇ? ਕਿਉਂਕਿ ਉਹਨਾਂ 'ਚ ਇਹ ਚੀਜ਼ ਆਉਂਦੀ ਹੈ ਕਿ ਉਹ ਕਿਸੇ ਦੇ ਇਮੋਸ਼ਨਸ ਨੂੰ ਸਮਝਦੇ, ਕਿਸੇ ਨੂੰ ਪਿਆਰ ਕਰਦੇ, ਕਿਸੇ ਨੂੰ ਸਨੇਹ ਵਿਖਾਉਂਦੇ, ਕਿਸੇ ਦੇ ਦਰਸਾਏ ਹੋਏ ਡਿਸਿਪਲਿਨ ਜਾਂ ਉਹਦੇ ਵਿੱਚ ਰਹਿਣ ਦੀ ਉਹਨਾਂ 'ਚ ਆਭਾ ਹੁੰਦੀ, ਅਤੇ ਉਸ ਨੂੰ ਫਿਰ ਇੱਕ ਖਸਮ ਮਿਲਦਾ, ਅਤੇ ਉਹ ਖਸਮ ਕਹਿੰਦਾ ਭਾਈ ਮੈਂ ਇਹਦੀ ਸਾਰੀ ਟੇਕ ਕੇਅਰ ਕਰਾਂਗਾ, ਮੈਂ ਇਹਦੇ ਮੈਡੀਕਲ ਐਕਸਪੈਂਸ ਵੀ ਚੱਕਾਂਗਾ, ਇਹਦਾ ਫੂਡ ਵੀ ਚੱਕਾਂਗਾ, ਇਹਦੇ ਵਾਸਤੇ ਆਪਣੀ ਰਾਤ ਦੀ ਨੀਂਦ ਵੀ ਖਰਾਬ ਕਰ ਲਾਂ, ਕੇਅਰ ਕਰ। ਖਸਮ ਇਹ ਹੁੰਦਾ। ਰੱਬ ਜੀ ਸਾਨੂੰ ਸਭ ਕੁਝ ਬਖਸ਼ਣ ਲਈ ਤਿਆਰ ਹੈ, ਪਰ ਅਸੀਂ ਕੀ ਉਸ ਰੱਬ ਜੀ ਦੇ ਉਹਨਾਂ ਗੁਣਾਂ ਨੂੰ, ਉਸ ਚੀਜ਼ ਨੂੰ ਅਪਣਾਉਣ ਲਈ ਤਿਆਰ ਹਾਂ? ਜਿਵੇਂ ਇੱਕ ਪੈਟ ਆਪਣੇ ਲਾਰਡ ਜਿਹੜਾ ਉਹਦਾ ਓਨਰ ਆ, ਉਸ ਨੂੰ ਪਲੀਜ਼ ਕਰਨ ਵਾਸਤੇ ਤਿਆਰ ਹੋ ਜਾਂਦਾ ਹੈ। ਇਹ ਬਾਤ ਕਹੀ ਗਈ ਹੈ। ਜੇ ਇਸ ਤਰੀਕੇ ਦਾ ਵਿਹਾਰ ਅਸੀਂ ਅਡਾਪਟ ਕਰ ਲਈਏ, ਮਹਾਰਾਜ ਕਹਿੰਦੇ ਖਸਮ ਸਾਡੇ ਸਿਰ ਦਾ ਸਾਈਂ ਹੈ, ਸਾਨੂੰ ਉਹਨੇ ਉਸੇ ਤਰ੍ਹਾਂ ਪਿਆਰ ਕਰੇਗਾ। ਪਰ ਬਾਬਾ ਜੀ ਕਹਿੰਦੇ ਜਿਹਦੇ ਕੋਲ ਸਭ ਕੁਝ ਮਿਲ ਗਿਆ,
ਉਹਨੇ ਸਭ ਪ੍ਰੋਵਾਈਡ ਕਰਤਾ, ਪਰ ਹੋਇਆ ਕਿ ਤ੍ਰਿਗ ਸ਼ਰੀਰ ਕੁਟੰਬ ਸਹਿਤ ਸਿਉ, ਤੇ ਉਹਨੇ ਕੀਤਾ ਕਿ ਜਿੱਤ ਹੁਣ ਖਸਮ ਨਾ, ਖਸਮ ਹੀ ਨਹੀਂ ਪ੍ਰਾਪਤ ਕੀਤਾ। ਪੌੜੀ ਛੁੜਕੀ ਫਿਰ ਹਾਥ ਨਾ ਆਵੇ, ਅਹਿਲਾ ਜਨਮ ਗਵਾਇਆ। ਤੇ ਇੱਕ ਦਿਨ ਇਹ ਹੈ ਪੌੜੀ ਛੁੜਕੀ। ਅੱਜ ਕੱਲ੍ਹ ਤੇ ਸਟੇਅਰਸ ਡਿਫਰੈਂਟ ਤਰੀਕੇ ਦੀਆਂ ਤੁਸੀਂ ਦੇਖਦੇ ਹੈਗੇ ਹੋ, ਜਾਂ ਲੈਡਰਸ ਦੇ ਵੱਖਰੇ ਵੱਖਰੇ ਰੂਪ ਤੁਸੀਂ ਦੇਖਦੇ ਹੋ। ਪੁਰਾਣੇ ਸਮੇਂ ਪੌੜੀਆਂ ਖਾਸ ਕਰਕੇ ਡੰਡਿਆਂ ਦੀਆਂ ਹੁੰਦੀਆਂ ਸੀ। ਅੱਜ ਕੱਲ੍ਹ ਵੀ ਜਿਵੇਂ ਬਾਹਰ ਜਿਹੜੇ ਕੰਮ ਲੋਕ ਕਰਦੇ ਹੋ, ਜਿਹੜੀਆਂ ਲੈਡਰਸ ਯੂਜ਼ ਕਰਦੇ ਇਸ ਤਰੀਕੇ ਦੇ ਨਾਲ। ਅਤੇ ਆਪਨੇ ਕਦੀ ਲੈਡਰ ਕਲਾਈਮਿੰਗ ਕਰਦੇ ਲੋਕਾਂ ਨੂੰ ਦੇਖਿਆ ਹੋਏਗਾ ਕਿ ਜਦੋਂ ਪੌੜੀਆਂ 'ਤੇ ਚੜ੍ਹਦੇ ਨੇ, ਈਵਨ ਉਹ ਬਿਲਕੁਲ ਟੌਪ ਦੇ ਡੰਡੇ 'ਤੇ ਪਹੁੰਚ ਗਏ, ਬਿਲਕੁਲ ਜਿਹੜਾ ਹੈਗਾ ਉਹਦੇ ਕਲਾਈਮ ਕਰਦੇ ਹੋਏ ਟੌਪ 'ਤੇ ਚਲੇ ਗਏ। ਪਰ ਜੇ ਉੱਥੇ ਜਾ ਕੇ ਵੀ ਜਿਸ ਪੌੜੀ 'ਤੇ ਚੜ੍ਹ ਰਹੇ ਉਹਦਾ ਹੱਥ ਛੁੱਟ ਜਾਏ ਉੱਥੋਂ, ਤੇ ਕੀ ਹੋਏਗਾ? ਆਲ ਦਾ ਵੇ ਬੋਟਮ ਡਾਊਨ ਜਿਹੜਾ ਹੈਗਾ ਉੱਥੇ ਜਾ ਕੇ ਡਿੱਗੇਗਾ। ਮਨੁੱਖਾ ਜੀਵਨ ਸਾਰੇ ਕ੍ਰੀਚਰ ਵਰਲਡ ਵਿੱਚ ਟੌਪ 'ਤੇ ਹੈ, ਪਰ ਜੇ ਇੱਥੇ ਜਾ ਕੇ ਵੀ ਬੰਦੇ ਨੇ ਉਹਨਾਂ ਹਿਊਮਨ ਵੈਲਿਊਜ਼ ਨੂੰ ਫੋਲੋ ਨਾ ਕੀਤਾ, ਮਹਾਰਾਜ ਕਹਿੰਦੇ ਬਸ ਫਿਰ ਉਹ 84 ਦੇ ਗੇੜੇ ਸਭ ਤੋਂ ਥੱਲੇ ਹੋਏਗਾ ਤੂੰ, ਕਿਉਂਕਿ ਪੌੜੀ ਛੁੜਕੀ ਫਿਰ ਹਾਥ ਨਾ ਆਵੇ, ਅਹਿਲਾ ਜਨਮ ਗਵਾਇਆ। ਸਾਰਾ ਜੀਵਨ, ਸਾਰੀ એનર્ਜੀ ਵੇਸਟ ਹੋ ਗਈ। ਐਸਾ ਨਾ ਹੋਏ, ਅਸੀਂ ਸੱਚ ਵਾਲੇ ਪਾਸੇ ਲਿਵ ਲਾਈਏ, ਦੂਜਾ ਭਾਵ ਵਸਾਰ ਦਈਏ। ਜਿਹੜਾ ਰੈਸਟ ਆਫ ਸ਼ਬਦ ਆ ਉਹਦੇ ਵਿੱਚ ਇਹਦੀ ਫਰਦਰ ਐਕਸਪਲੇਨੇਸ਼ਨ ਹੈਗੀ ਹੈ, ਜਿਹਦੀ ਬਾਤ ਆਉਂਦੇ ਸਮੇਂ 'ਚ ਕਰਾਂਗੇ। ਅੱਜ ਵਾਸਤੇ ਇੱਥੇ ਸਮਾਪਤੀ ਕਰ ਰਹੇ ਹਾਂ। ਭੁੱਲਾਂ ਗਲਤੀਆਂ ਨਾ ਚਤਾਰਨੀਆਂ, ਸਭ ਪ੍ਰੇਮ ਕਹਿ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।